ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਅੱਜ ਫੈਡਰਲ ਸਟਰਕਚਰ ਨੂੰ ਲੈ ਕੇ, ਦੇਸ਼ ਦੀ ਸਿਆਸਤ ਨੂੰ ਲੈ ਕੇ ਬੜਾ ਲੰਮੇ ਸਮੇਂ ਤੋਂ ਗੱਲ ਚੱਲ ਰਹੀ ਸੀ ਤੇ ਰਾਮਲੀਲਾ ਗਰਾਊਂਡ 'ਚ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਪਹਿਲੀ ਬੜੀ ਰੈਲੀ ਕੀਤੀ ਹੈ। ਔਰ ਕੇਜਰੀਵਾਲ ਹੋਣੀ ਤੇ ਸੁਮੀਤ, ਸਾਡੇ ਚੀਫ ਮਿਨਿਸਟਰ ਭਗਵੰਤ ਮਾਨ, ਪਹਿਲਾਂ ਉਹਨਾਂ ਨੇ ਪੂਰੇ ਦੇਸ਼ ਦਾ ਦੌਰਾ ਕੀਤਾ। ਜਿਹੜੇ ਬੀਜੇਪੀ ਦੇ ਖਿਲਾਫ ਪਾਰਟੀਆਂ ਸੀ, ਆਪੋਜੀਸ਼ਨ ਪਾਰਟੀਆਂ, ਖਾਸ ਤੌਰ ਤੇ ਰੀਜਨਲ ਪਾਰਟੀਆਂ, ਉਹਨਾਂ ਦੇ ਚੀਫ ਮਿਨਿਸਟਰਾਂ ਨੂੰ ਵੀ ਮਿਲੇ, ਉਹਨਾਂ ਦੇ ਪੋਲੀਟੀਕਲ ਪਾਰਟੀਆਂ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਮਿਲੇ, ਇੱਥੇ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ ਸੀ। ਕਿਉਂਕਿ ਜਿਹੜਾ ਐਲਜੀ ਦੀ ਤਾਕਤਵਰ ਹੈ ਜਾਂ ਉੱਥੇ ਦੀ ਚੁਣੀ ਸਰਕਾਰ ਤਾਕਤਵਰ ਹੈ, ਇਸ ਮੁੱਦੇ ਤੇ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਸੀ ਔਰ ਕੇਂਦਰ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰਤਾ ਸੀ ਔਰ ਕਿਹਾ ਜਾ ਰਿਹਾ ਕਿ ਉਸ ਆਰਡੀਨੈਂਸ ਨਾਲ ਉਹ ਜਿਹੜੀ ਇਹ ਐਲਾਨ ਕੀਤਾ ਗਿਆ ਇੱਕ ਫੈਸਲਾ ਹੋਇਆ ਕਿ ਚੁਣੀ ਹੋਈ ਸਰਕਾਰ ਸਭ ਕੁਝ ਹੈ, ਉਹਦੇ ਨਾਲ ਐਲਜੀ ਹੀ ਮੁੜ ਕੇ ਤਾਕਤਵਰ ਹੋ ਜਾਂਦਾ ਹੈ। ਅਸਲ ਦੇ ਵਿੱਚ ਉਹਨਾਂ ਨੇ ਇਸ ਕਰਕੇ ਟੂਰ ਕੀਤਾ ਸੀ, ਇੱਕ ਤਾਂ ਜਨਤਕ ਓਵਰਆਲ ਪੋਲੀਟੀਕਲ ਸਪੋਰਟ ਵਾਸਤੇ, ਤੇ ਦੂਸਰਾ ਰਾਜ ਸਭਾ ਦੇ ਵਿੱਚ ਅਜੇ ਵੀ ਜੇ ਇੰਟਾਇਰ ਆਪੋਜੀਸ਼ਨ ਇਕੱਠੀ ਹੋ ਜਾਂਦੀ ਹੈ ਤਾਂ ਬੀਜੇਪੀ ਕੋਲ ਪੂਰੀ ਤਾਕਤ ਨਹੀਂ ਹੈ, ਪੂਰਾ ਨੰਬਰ ਨਹੀਂ ਹੈ। ਉਹ ਵੀ ਇੱਕ ਰੀਜਨ ਸੀਗਾ। ਉਹ ਟੂਰ ਤੋਂ ਬਾਅਦ ਅੱਜ ਜਨਤਕ ਪੀਰੀਅਡ ਆਇਆ ਕਿ ਰੈਲੀ ਕੀਤੀ ਹੈ, ਜਿਹਦੇ ਚ ਉਹਨਾਂ ਨੇ ਕੋਸ਼ਿਸ਼ ਕੀਤੀ। ਭਗਵੰਤ ਮਾਨ ਨੇ ਆਪਣੇ ਵੱਲੋਂ ਟਰਾਈ ਕੀਤੀ। ਉੱਥੇ ਜਿਹੜੀ ਭਾਸ਼ਣ ਸੀ ਉਹਨਾਂ ਦਾ ਉਹ ਇਹ ਸੀ ਵੀ ਸਾਡੀ ਅਸਲ ਚ ਲੜਾਈ ਹੁਣ ਕੇਂਦਰ ਦੀ ਤੇ ਰਾਜਾਂ ਦੀ ਹੈ। ਦਿੱਲੀ ਵਰਸਜ ਕੇਂਦਰ ਹੈ, ਜਿਹੜੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਮਤਲਬ ਪ੍ਰੋਕਸੀ ਕੇਂਦਰ ਨਾਲ ਲੜਾਈ ਹੈ, ਵਿਰਾਸਤਾ ਗਵਰਨਰ ਹੋ ਕੇ ਜਾ ਰਹੀ ਹੈ। ਤੇ ਇਹਦਾ ਮਤਲਬ ਅਸੀਂ ਹੁਣ ਕੇਂਦਰ ਦੇ ਨਾਲ ਲੜਾਈ ਚ ਆ, ਇੱਕ ਟਾਈਪ ਦਾ ਉਹਨਾਂ ਦਾ ਮੈਸੇਜ ਇਹ ਸੀਗਾ। ਜਦ ਕਿ ਉਹ ਹੁਣ ਕਿੰਨਾ ਕੁ ਮੈਸੇਜ ਹੈ ਕਿ ਰੀਅਲ ਸੈਂਸ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਲੋੜ ਹੈ ਫੈਡਰਲਿਜ਼ਮ ਦੀ, ਉਧਰ ਦੀ ਪੋਲਿਟਿਕਸ ਦਾ ਰੁਖ ਕਰਨ ਦੀ ਟਰਾਈ ਕਰ ਰਹੀ ਹੈ, ਜਾਂ ਇਹ ਟੈਂਪਰੇਰੀ ਵਰਤਾਰਾ ਹੈ ਜਾਂ ਇਹ ਸਿਆਸਤ ਹੈ ਕਿ ਜਾਂ ਓਵਰਆਲ, ਜਿਹੜੀ ਇਹ ਤੇ ਗੱਲ ਕਰਾਂਗੇ। ਦੂਜਾ ਇੱਕ ਪੁਆਇੰਟ ਸਾਡੇ ਕੋਲ ਇਹ ਵੀ ਆਇਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਜਾਂ ਜਿਹੜੇ ਮਿਨਿਸਟਰ ਨੇ ਜਾਂ ਚੀਫ ਮਿਨਿਸਟਰ ਅਜੇ ਕੱਲ ਮਾਨਸਾ ਚ ਹੀ ਕਹਿ ਕੇ ਆਏ ਨੇ ਭਗਵੰਤ ਮਾਨ ਹੋਣੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਦੱਸਿਆ ਸੀ ਕਿ ਆਹ ਫੈਸਲੇ ਕਰਤੇ ਆ, ਪਰ ਇੱਕ ਫੈਸਲਾ ਖੁਦ ਆਪ ਨਹੀਂ ਦੱਸਿਆ ਸਰਕਾਰ ਨੇ ਕਿ ਅਸੀਂ ਡੀਜ਼ਲ ਤੇ ਪੈਟਰੋਲ ਤੇ ਸੈਸ ਵੀ ਲਾਤਾ ਹੈ। ਹਾਲਾਂਕਿ ਪਹਿਲਾਂ ਵੀ 2-2.5 ਮਹੀਨੇ ਪਹਿਲਾਂ ਲਾਇਆ ਸੀ, ਇਸ ਸਮੇਂ ਵੀ ਲਾਇਆ। ਨਾਲ ਉਹ ਕਹਿੰਦੇ ਸੀ ਅਸੀਂ ਤੁਹਾਨੂੰ ਕਦੇ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ? ਪਹਿਲਾਂ ਵਾਲੇ ਉਹੀ ਰੋਂਦੇ ਰਹਿੰਦੇ ਸੀ। ਖਜ਼ਾਨਾ ਤਾਂ ਹਮੇਸ਼ਾ ਹੀ ਭਰਦਾ ਰਹਿੰਦਾ ਹੁੰਦਾ, ਪਰ ਜੇ ਖਜ਼ਾਨਾ ਹਮੇਸ਼ਾ ਹੀ ਉਵੇਂ ਭਰਦਾ ਰਹਿੰਦਾ ਹੁੰਦਾ ਤਾਂ ਨਵਾਂ ਬੋਝ ਜਿਹੜਾ ਲੋਕਾਂ ਤੇ ਪੈਣਾ ਉਸ ਪੱਧਰ ਦੇ ਉੱਤੇ ਉਹਨੂੰ ਕੀ ਕਿਹਾ ਜਾਏਗਾ। ਔਰ ਇਸ ਸਾਰੇ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮੁਹੰਮਦ ਖਾਲਿਦ, ਜਿਹੜੇ ਪੰਜਾਬ ਯੂਨੀਵਰਸਿਟੀ ਚ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਨੇ, ਔਰ ਦੂਸਰੇ ਰੈਗੂਲਰ ਵਿਦਵਾਨ ਸਾਡੇ ਨਾਲ ਹੈ ਹੀ ਨੇ ਸਰਦਾਰ ਜਗਤਾਰ ਸਿੰਘ ਜੀ, ਜਿਹੜੇ ਸੀਨੀਅਰ ਜਰਨਲਿਸਟ ਵੀ ਨੇ ਤੇ ਇਤਿਹਾਸਕਾਰ ਨੇ। ਪ੍ਰੋਫੈਸਰ ਖਾਲਿਦ ਸਾਹਿਬ, ਮੈਂ ਜੇ ਤੁਹਾਡੇ ਤੋਂ ਅੱਜ ਦੀ ਰੈਲੀ ਬਾਰੇ ਜਿਹੜਾ ਥੋੜਾ ਜਿਹਾ ਪਹਿਲੀ ਟਿੱਪਣੀ ਲੈਣਾ ਚਾਹਾਂ ਤਾਂ ਤੁਸੀਂ ਕੀ ਕਹੋਗੇ ਇਸ ਮਾਮਲੇ 'ਚ? ਦੇਖੋ, ਜਿਸ ਤਰੀਕੇ ਦੇ ਨਾਲ ਦੋਨੇ ਸੀਐਮ ਡਿਫਰੈਂਟ ਸਟੇਟਾਂ ਦੇ ਵਿੱਚ ਗਏ ਹੈ ਤੇ ਉਹਨਾਂ ਦਾ ਦੌਰਾ ਕੀਤਾ ਹੈ, ਤੇ ਆਪੋਜੀਸ਼ਨ ਦੀ ਜਿਹੜੀ ਯੂਨਿਟੀ ਹੈ ਉਹਦੇ ਵਿੱਚ ਵੀ ਕਾਫੀ ਵਿਜ਼ੀਬਲ ਫੇਸ ਬਣ ਕੇ ਉੱਭਰ ਰਹੇ ਹੈ, ਤਾਂ ਆਮ ਆਦਮੀ ਪਾਰਟੀ ਇਹ ਦਰਸਾਉਣਾ ਚਾਹੁੰਦੀ ਹੈ ਕਿ ਮੋਦੀ ਵਰਸਸ ਕੇਜਰੀਵਾਲ ਜਿਹੜੀ ਹੈਗੀ ਹੈ ਲੜਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੈ। ਔਰ ਉਹਨੂੰ ਮੁੱਖ ਰੱਖਦੇ ਹੋਈ ਉਹਨਾਂ ਨੇ ਸਾਰੀਆਂ ਮੁਲਾਕਾਤਾਂ ਵੀ ਕੀਤੀਆਂ ਤੇ ਅੱਜ ਦੀ ਰੈਲੀ ਵੀ ਹੈ। ਦੂਸਰੀ ਇਹਦੇ ਵਿੱਚ ਇਹ ਵੀ ਹੈ ਕਿ ਸੈਸ਼ਨ ਆ ਰਿਹਾ ਹੈ, ਉਸ ਸੈਸ਼ਨ ਦੇ ਵਿੱਚ ਨੈਚੁਰਲੀ ਜਿਹੜੀ ਸੈਂਟਰ ਗਵਰਨਮੈਂਟ ਨੇ ਪਲਟਿਆ ਸੁਪਰੀਮ ਕੋਰਟ ਦਾ ਫੈਸਲਾ ਔਰ ਅਧਿਆਦੇਸ਼ ਜਾਰੀ ਕੀਤਾ ਹੈ, ਉਹ ਆਏਗਾ ਰੈਟੀਫਿਕੇਸ਼ਨ ਵਾਸਤੇ, ਮਨਜ਼ੂਰੀ ਵਾਸਤੇ। ਜਿਵੇਂ ਤੁਸੀਂ ਬਿਲਕੁਲ ਕਿਹਾ ਕਿ ਰਾਜ ਸਭਾ ਦੇ ਵਿੱਚ ਬੀਜੇਪੀ ਕੋਲ ਮੈਜੋਰਿਟੀ ਅਕਸਰੀਅਤ ਨਹੀਂ ਹੈ ਤੇ ਜਿਹੜੀਆਂ ਪੋਲੀਟੀਕਲ ਪਾਰਟੀ ਸਾਰੀਆਂ ਇਕੱਠੀਆਂ ਹੋ ਕੇ, ਲੇਕਿਨ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਔਖਿਆਈਆਂ ਹੈਗੀਆਂ, ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ। ਫॉर ਐਗਜ਼ਾਮਪਲ ਇਹ ਗੱਲ ਕਹੀ ਜਾਂਦੀ ਹੈ ਕਿ ਜਿਸ ਵੇਲੇ ਆਰਟੀਕਲ 370 ਖਤਮ ਕੀਤੀ ਗਈ ਸੀ ਤਾਂ ਉਸ ਵੇਲੇ ਤਾਂ ਤੁਸੀਂ ਵਧਾਈਆਂ ਦੇ ਰਹੇ ਸੀਗੇ, ਉਹ ਵੀ ਫੈਡਰਲ ਸਟਰਕਚਰ ਦਾ ਹੀ ਮਾਮਲਾ ਸੀਗਾ। ਉਹ ਵੀ ਤੁਸੀਂ ਜਿਹੜਾ ਸੀਗਾ ਨਾਲ ਖੜੇ ਸੀਗੇ ਉਹਨਾਂ ਦੇ, ਜਿਨ੍ਹਾਂ ਨੇ ਆਰਟੀਕਲ 370 ਖਤਮ ਕੀਤਾ ਔਰ ਇੱਕ ਸਟੇਟ ਨੂੰ ਯੂਨੀਅਨ ਟੈਰੀਟਰੀ ਬਣਾਤਾ, ਤਾਂ ਉਹਨਾਂ ਪਰ ਇਹ ਇਲਜ਼ਾਮ ਵੀ ਲੱਗਦੇ ਹਨ। ਲੇਕਿਨ ਉਹਨਾਂ ਦੇ ਕੇਜਰੀਵਾਲ ਔਰ ਭਗਵੰਤ ਮਾਨ ਦੇ ਦਿਮਾਗ ਦੇ ਵਿੱਚ ਇਹੀ ਹੈ ਕਿ ਇਹ ਇਕੱਠ ਨੂੰ ਅਸੀਂ ਦਿਖਾ ਕੇ ਅਸੀਂ ਲੜਾਈ ਪਹਿਲਾਂ ਇਹ ਸ਼ੋਅ ਕਰੀਏ ਸਾਰੀ ਆਪੋਜੀਸ਼ਨ ਨੂੰ ਕਿ ਦੱਸਿਓ ਅਸੀਂ ਲੜਾਈ ਤੁਹਾਡੀ ਸਾਰਿਆਂ ਦੀ ਲੜ ਰਹੇ ਹਾਂ ਔਰ ਅਸੀਂ ਸੜਕ ਦੀ ਲੜਾਈ ਲੜ ਰਹੇ ਹਾਂ। ਕੱਲ ਨੂੰ ਸਾਡਾ ਆਪਾਂ ਸਾਰੇ ਇਕੱਠੇ ਹੋ ਕੇ ਰਾਜ ਸਭਾ ਦੇ ਵਿੱਚ ਲੜਾਈ ਲੜੀਏ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਅਧਿਆਦੇਸ਼ ਲਿਆਂਦਾ ਗਿਆ ਔਰ ਜਿਹਦੀ ਪੁਸ਼ਟੀ ਆਉਂਦੇ ਸੈਸ਼ਨ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰੇਗੀ ਸਰਕਾਰ, ਉਹਨੂੰ ਆਪਾਂ
ਡਿਫੀਟ ਕਰੀਏ, ਇਹ ਚੀਜ਼ ਨੂੰ ਮੁੱਖ ਲੈ ਕੇ ਹੈ। ਦੂਸਰੀ ਤੀਸਰੇ ਹੈਗਾ ਕਿ 2024 ਦਾ ਇਲੈਕਸ਼ਨ ਵੀ ਸਾਹਮਣੇ ਹੈ, ਇੱਕ ਮੋਬਿਲਾਈਜੇਸ਼ਨ ਵੀ ਹੈ। ਉਸ ਮੋਬਿਲਾਈਜੇਸ਼ਨ ਦੇ ਵਿੱਚ ਦੋ ਜਿਹੜੇ ਮੁੱਖ ਸਟੇਟ ਹੈ, ਪੰਜਾਬ ਤੇ ਦਿੱਲੀ, ਉਹਨਾਂ ਦੇ ਵਿੱਚ ਡੈਫੀਨਿਟਲੀ ਉਹ ਚਾਹਣਗੇ ਕਿ ਲੋਕ ਸਭਾ ਦੇ ਵਿੱਚ ਜ਼ਿਆਦਾ ਆਪਣੀ ਸਟਰੈਂਥ ਬਣਾਈ ਜਾਵੇ। ਜਿਵੇਂ ਰਾਜ ਸਭਾ ਦੇ ਵਿੱਚ ਉਹਨਾਂ ਦੇ ਕਾਫੀ MP ਹੈਗੇ ਆ, ਲੋਕ ਸਭਾ ਦੇ ਵਿੱਚ ਵੀ ਸਟਰੈਂਥ ਬਣਾਈ ਜਾਵੇ, ਉਹਦੀ ਇੱਕ ਮੋਬਿਲਾਈਜੇਸ਼ਨ ਵੀ ਹੈ। ਲੇਕਿਨ ਦੂਰਾ ਚਿਹਰਾ ਜ਼ਰੂਰ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ ਕਿ ਜਦ ਤੁਹਾਡੇ ਤੇ ਪੈਂਦੀ ਹੈ ਤੁਸੀਂ ਫੈਡਰਲ ਸਟਰਕਚਰ ਦੀ ਦੁਹਾਈ ਦਿਓ, ਜਾਂ ਕਿਸੇ ਹੋਰ ਤੇ ਪੈਂਦੀ ਹੈ ਤਾਂ ਤੁਸੀਂ ਇੱਕ ਬੜਾ ਨਪਿਆ ਤੁਲਿਆ, ਬੜਾ ਕੌਸ਼ੀਅਸ ਜਿਹੜਾ ਵਿਊ ਜਿਹੜਾ ਹੈਗਾ ਲਵੋ। ਇਹ ਚੀਜ਼ ਲੋਕਾਂ ਨੂੰ, ਜਾਂ ਆਪਾਂ ਸਾਰਿਆਂ ਨੂੰ, ਜਾਂ ਦੂਸਰੀਆਂ ਜਿਹੜੀਆਂ ਆਪੋਜੀਸ਼ਨ ਦੀਆਂ ਪੋਲੀਟੀਕਲ ਪਾਰਟੀਆਂ ਹੈ, ਉਹਨਾਂ ਨੂੰ ਸਾਫ਼ ਨਜ਼ਰ ਆ ਰਿਹਾ। ਮੈਂ ਤੁਹਾਨੂੰ ਲਾਸਟ ਦੇ ਵਿੱਚ ਇਹ ਗੱਲ ਕਹਾਂਗਾ ਕਿ ਅੱਜ ਹੀ ਉਮਰ ਅਬਦੁੱਲਾ ਨੇ ਇਹ ਗੱਲ ਕਹੀ ਹੈ ਕਿ ਹੋ ਸਕਦਾ ਅਸੀਂ ਆਪੋਜੀਸ਼ਨ ਯੂਨਿਟੀ ਦਾ ਪਾਰਟ ਨਾ ਬਣੀਏ, ਕਿਉਂਕਿ ਕੱਲ ਜਦ ਸਾਡੇ ਪਰ ਪਈ ਸੀਗੀ ਤੁਸੀਂ ਸਾਰੇ ਖਿੰਡੇ ਹੋਏ ਸੀਗੇ, ਤੁਸੀਂ ਸਾਰੇ ਕਿਤੇ ਕਿਤੇ ਖੜੇ ਸੀਗੇ, ਸਾਡਾ ਸਾਥ ਕਿਸ ਨੇ ਨਹੀਂ ਦਿੱਤਾ ਸੀਗਾ। ਇਹ ਜਿਹੜੀ ਚੀਜ਼ ਹੈ, ਇਹਦੇ ਇੱਕ ਸੰਦਿਗਧ, ਇੱਕ ਮਤਲਬ ਇਹ ਸ਼ੱਕ ਪੈਦਾ ਕਰਦੀ ਹੈ ਕਿ ਆਪੋਜੀਸ਼ਨ ਯੂਨਾਈਟ ਹੋ ਵੀ ਪਾਏਗੀ ਰਾਜ ਸਭਾ ਦੇ ਵਿੱਚ ਇਸ ਇਸ਼ੂ ਦੇ ਉੱਪਰ, ਜਾਂ ਨਹੀਂ ਹੋ ਪਾਏਗੀ। ਸਰਦਾਰ ਜਗਤਾਰ ਸਿੰਘ ਜੀ, ਜਦੋਂ ਇਹਨਾਂ ਨੇ ਕੱਲੇ ਚੀਫ ਮਿਨਿਸਟਰ ਨੂੰ ਮਿਲੇ, ਈਵਨ ਜਿਹੜੇ ਚੀਫ ਮਿਨਿਸਟਰ ਨਹੀਂ ਵੀ ਸੀ, ਸਮਾਜਵਾਦੀ ਪਾਰਟੀ ਨੂੰ ਮਿਲੇ, ਅਖਿਲੇਸ਼ ਯਾਦਵ ਨੂੰ, ਬਾਕੀਆਂ ਨੂੰ, ਔਰ ਇਹ ਖਬਰਾਂ ਵੀ ਲਗਾਤਾਰ ਆਈਆਂ ਕਿ ਉਹਨਾਂ ਨੇ ਸਾਡੀ ਇਸ ਮੁੱਦੇ ਤੇ ਸਹਿਯੋਗ ਕਰਨ ਦੇ ਲਈ ਸਾਡੀ ਹਾਂ ਭਰੀ ਹੈ। ਤਾਂ ਜਿਹੜੀ ਅੱਜ ਦੀ ਰੈਲੀ ਹੈ, ਨਾਰਮਲੀ ਤਾਂ ਪੋਲੀਟੀਸ਼ੀਅਨ ਇਹ ਕਰਦਾ ਹਮੇਸ਼ਾ ਆਪਣੀ ਸਟਰੈਂਥ ਦਿਖਾਉਣ ਦੇ ਲਈ ਕਿ ਜਿਹੜੇ ਸਹਿਯੋਗੀ ਹੁੰਦੇ ਨੇ ਕਿਸੇ ਖਾਸ ਮੁੱਦੇ ਤੇ ਉਹਨਾਂ ਨੂੰ ਉਸ ਰੈਲੀ 'ਚ ਬੋਲਣ ਲਈ ਬੁਲਾ ਲੈਂਦਾ। ਇਹ ਕਿਹੜੀ ਰਣਨੀਤੀ ਹੋਈ ਕਿ ਉਹਨਾਂ ਚੋਂ ਬੁਲਾਇਆ ਕੋਈ ਨਹੀਂ, ਇਹੋ ਜਿਹਾ ਕੋਈ ਨਹੀਂ ਕੀਤਾ, ਜਾ ਕੇ ਫਿਰ ਇਹ ਕਿਹਾ ਜਾਏ ਕਿ ਅਸਲ 'ਚ ਜੇ ਉਹ ਇਸ ਪਿੱਚ ਤੇ ਨਾਲ ਇੰਨੇ ਕਦਮ ਚੱਲਣਾ ਹੀ ਨਹੀਂ ਚਾਹੁੰਦੇ ਹੋਣਗੇ ਜਿਹੜੇ ਵਿਰੋਧੀ ਆਗੂ ਨੇ ਜਾਂ ਚੀਫ ਮਿਨਿਸਟਰ ਨੇ। ਹਜੇ ਫਿਲਹਾਲ ਇੱਕ ਇਹ ਲੈਂਜਨਿੰਗ ਪੀਰੀਅਡ ਸੀ, ਪਹਿਲਾਂ ਅਜੇ ਸਮੇਂ ਤੋਂ ਪਹਿਲਾਂ ਦੀ ਗੱਲ ਸੀ ਕਿ ਇਹਨਾਂ ਨੂੰ ਇਕੱਲੇ ਹੀ ਇਹ ਰੈਲੀ ਕਰਨੀ ਪਈ ਹੈ। ਮੈਨੂੰ ਲੱਗਦਾ ਵੀ ਇਹਨਾਂ ਨੇ ਸ਼ੁਰੂਆਤ ਕੀਤੀ ਹਜੇ ਆਪਣੀ ਰੈਲੀ ਕਰਕੇ, ਤੇ ਇਸ ਕਰਕੇ ਇਹ ਹਜੇ ਇਕੱਲੇ ਹੀ ਸੀਗੇ, ਤੇ ਇਸ ਤੋਂ ਬਾਅਦ ਹੋ ਸਕਦਾ ਹੈ ਇਹ ਵੱਡੇ ਪੱਧਰ ਤੇ ਇਹ ਰੈਲੀ ਅੱਗੇ ਬਾਕੀਆਂ ਨੂੰ ਬੁਲਾ ਕੇ ਆਰਗੇਨਾਈਜ਼ ਕਰਨ। ਮੈਂ ਇਹਨਾਂ ਦੀ ਖਬਰਾਂ ਪੜ੍ਹੀਆਂ ਰੈਲੀ ਦੀਆਂ ਅੱਜ, ਤੇ ਮੈਨੂੰ ਬੜੀ ਦਿਲਚਸਪ ਇੱਕ ਗੱਲ ਲੱਗੀ ਉਹਦੇ ਵਿੱਚ। ਦੋ ਜਿਹੜੇ ਮੈਂ ਅੰਗਰੇਜ਼ੀ ਦੇ ਅਖਬਾਰਾਂ 'ਚ ਖਬਰਾਂ ਪੜ੍ਹੀਆਂ ਵੀ ਇਸ ਲੜਾਈ ਦੀ ਨੇਚਰ ਬਣਾ ਕੀ ਰਹੇ। ਪ੍ਰੋਫੈਸਰ ਸਾਹਿਬ ਨੇ ਹਿੰਟ ਕੀਤਾ ਥੋੜਾ ਜਿਹਾ, ਮੈਂ ਉਹਨੂੰ ਥੋੜਾ ਜਿਹਾ ਗੱਲ ਅੱਗੇ ਵਧਾਉਂ। ਖਬਰਾਂ ਦੇ ਵਿੱਚ ਜੋ ਕੇਜਰੀਵਾਲ ਜੀ ਨੂੰ ਕੋਟ ਕੀਤਾ ਗਿਆ ਹੈ, ਉਹ ਉਹਨਾਂ ਨੇ ਲੜਾਈ ਬਣਾਈ ਹੈ ਡੈਮੋਕ੍ਰੇਸੀ ਵਰਸਸ ਡਿਕਟੇਟਰਸ਼ਿਪ। ਇਹ ਜਿਹੜੀ ਡਿਕਟੇਟਰਸ਼ਿਪ ਹੈ ਜੋ ਕੰਸਟੀਟਿਊਸ਼ਨਲ ਗਵਰਨਮੈਂਟ ਦੇ ਵਿੱਚ, ਉਹ ਇੱਕ ਟੈਂਡੈਂਸੀ ਹੋਇਆ ਕਰਦੀ ਹੈ, ਸਿਧਾਂਤ ਨਹੀਂ। ਇਹ ਟੈਂਡੈਂਸੀ ਕਿਸੇ ਵੇਲੇ ਮਿਸਟਰ ਇੰਦਰਾ ਗਾਂਧੀ ਦੇ ਵਿੱਚ ਵੀ ਸੀ। ਵੀ ਫਿਰ ਲੜਾਈ ਕਿਸ ਇਹ ਉਹਦੇ 'ਚ ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਵਰਸਸ ਨਰਿੰਦਰ ਮੋਦੀ, ਕਿ ਜੇ ਲੜਾਈ ਦੀ ਇਹੀ ਰੂਪਰੇਖਾ ਹੈ ਤੇ ਇਹ ਲੈਵਲ ਸਾਰੀ ਲੜਾਈ ਦਾ ਕੁਝ ਹੋਰ ਹੋ ਜਾਂਦਾ ਹੈ ਕਿ ਇਹ ਲੜਾਈ ਸਿਧਾਂਤਕ ਹੈ ਜਾਂ ਨਹੀਂ ਹੈ। ਬੇਸਿਕ ਇਸ਼ੂ ਇਹ ਹੈ, ਜੋ ਜਿਸ ਤਰੀਕੇ ਨਾਲ ਇਹ ਲੜਾਈ ਬਣਾ ਰਹੇ ਹੈ ਉਹ ਗਵਰਨੈਂਸ ਇਸ਼ੂ ਹੈ, ਨਾ ਕਿ ਸਿਧਾਂਤਕ ਇਸ਼ੂ ਹੈ। ਉਹ ਕਹਿੰਦੇ ਆਰਡੀਨੈਂਸ ਆ ਗਿਆ, ਸਾਡੀਆਂ ਪਾਵਰਸ ਲੈ ਲਈਆਂ। ਉਹ ਗੱਲ ਪਾਵਰਸ ਦੀ ਆਪਣੀਆਂ ਅਫਸਰ ਟ੍ਰਾਂਸਫਰ ਕਰਨ ਦੀ ਪਾਵਰ ਦੀ ਗੱਲ ਕਰ ਰਹੇ ਹੈ, ਉਹ ਸਿਧਾਂਤ ਦੀ ਫੈਡਰਲਿਜ਼ਮ ਦੇ ਉਹਦੀ ਗੱਲ ਨਹੀਂ ਕਰ ਰਹੇ। ਦੋਵਾਂ ਲੀਡਰਾਂ ਨੇ ਆਪਣੀਆਂ ਸਪੀਚਾਂ ਦੇ ਵਿੱਚ ਕਿਤੇ ਵੀ ਇਹਨੂੰ ਸਿਧਾਂਤਕ ਲੜਾਈ ਬਣਾਉਣ ਦੀ ਇੰਡੀਕੇਸ਼ਨ ਨਹੀਂ ਦਿੱਤੀ। ਜਿਹੜੀ ਕਿ ਖਬਰਾਂ ਛਪੀਆਂ, ਜੋ ਕੁਝ ਮੈਂ ਪੜ੍ਹਿਆ ਉਹਦੇ ਵਿੱਚ ਤਾਂ ਕਿਤੇ ਨਹੀਂ ਮਿਲਦੀ ਮੈਨੂੰ। ਤੇ ਜੇ ਲੜਾਈ ਸਿਧਾਂਤਕ ਹੈ ਹੀ ਨਹੀਂ ਤੇ ਸਿਧਾਂਤਕ ਲੜਾਈ ਬਣਾ ਕਿਉਂ ਨਹੀਂ ਰਹੇ? ਗੱਲ ਇਹ ਜੇ ਪਿਛਲੇ ਆਪਾਂ ਲਗਾਤਾਰ ਵਰਤਾਰਾ ਦੇਖੀਏ ਉੱਤੇ ਉਹਦੇ ਗੱਲ ਬੜੀ ਸਾਫ਼ ਇਹ ਗੱਲ ਝਲਕਦੀ ਹੈ। ਆਲਮੋਸਟ ਹਰ ਮੇਜਰ ਫੈਸਲਾ ਨਰਿੰਦਰ ਮੋਦੀ ਗਵਰਨਮੈਂਟ ਦਾ ਉਹਨੂੰ ਕੇਜਰੀਵਾਲ ਜੀ ਸਪੋਰਟ ਕਰਦੇ ਆ ਰਹੇ। 370 ਇਹ ਫੈਡਰਲਿਜ਼ਮ ਤੇ ਇਸ ਤੋਂ ਵੱਡਾ ਅਟੈਕ ਹੋਰ ਕੋਈ ਨਹੀਂ ਹੈ। ਉਹ ਤਾਂ ਸਪੋਰਟ ਕਰ ਰਹੇ ਹੈ, CAA ਸਪੋਰਟ ਕਰ ਰਹੇ ਹੈ। ਜਿੰਨੇ ਵੀ ਐਸੇ ਇਸ਼ੂ ਹੈ ਤੁਸੀਂ ਉਹਨਾਂ ਤੇ ਅਰਵਿੰਦ ਕੇਜਰੀਵਾਲ ਜੀ ਦਾ ਜੇ ਸਟੈਂਡ ਦੇਖੋਗੇ ਤੇ ਬੀਜੇਪੀ ਦੇ ਨਾਲੋਂ ਉਹ ਸਟੈਂਡ ਕੋਈ ਮੈਨੂੰ ਕਦੇ ਬਹੁਤਾ ਵੱਖਰਾ ਨਜ਼ਰ ਨਹੀਂ ਆਉਂਦਾ। ਜਿਹੜੇ ਇਹਨਾਂ ਦੇ ਡਿਫਰੈਂਸਿਸ ਹੈ ਪਾਰਟੀਆਂ ਦੇ ਆਪਸ ਦੇ ਵਿੱਚ, ਉਹ ਹੋਰ ਲੈਵਲ ਤੇ ਹੈ। ਸਿਧਾਂਤਕ ਲੈਵਲ ਤੇ ਆਲਮੋਸਟ ਇਹ ਦੋ ਪਾਰਟੀਆਂ ਆਪਣੇ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਤਾਂ ਓਪਨਲੀ ਕਲੇਮ ਕਰਦੀ ਹੈ ਵੀ ਹਿੰਦੂਤਵਾ ਪਾਰਟੀ ਹੈ,
ਤੇ ਉਹ ਸਿੰਬਲਿਜ਼ਮ ਸਾਰਾ ਆਮ ਆਦਮੀ ਪਾਰਟੀ ਵੀ ਯੂਜ਼ ਕਰਦੀ ਹੈ। ਹੁਣ ਉਹੀ ਗੱਲ ਇੱਥੇ ਹੁਣ ਦੀ ਲੜਾਈ ਦੇ ਵਿੱਚ ਆ ਰਹੀ ਹੈ। ਸਿਧਾਂਤਕ ਲੜਾਈ ਬਣਾਉਣ ਦੀ ਕਿਤੇ ਵੀ ਮੈਨੂੰ ਕੋਈ ਇੰਡੀਕੇਸ਼ਨ ਨਜ਼ਰ ਨਹੀਂ ਆਉਂਦੀ। ਜਾਂ ਤਾਂ ਸਿੱਧਾ ਕਹਿਣ ਕਿ ਇਹ ਲੜਾਈ ਫੈਡਰਲਿਜ਼ਮ ਵਰਸਸ ਸੈਂਟਰਲਿਜ਼ਮ ਹੈ, ਪਾਵਰ ਸੈਂਟਰ ਆਪਣੇ ਹੱਥਾਂ ਕੰਸੈਂਟਰੇਟ ਕਰ ਰਿਹਾ ਹੈ। ਜਿਸ ਢੰਗ ਨਾਲ ਮੋਦੀ ਜੀ ਇਸ ਤਰ੍ਹਾਂ ਕਾਨੂੰਨ ਬਣਾ ਰਹੇ ਆ ਤੇ ਮਿਸਿਸ ਗਾਂਧੀ ਬਣਾਉਂਦੇ ਰਹੀ, ਐਮਰਜੈਂਸੀ ਵੀ ਲੱਗੀ ਸੀ। ਸੋ ਉਹ ਤਾਂ ਇਸ ਤੋਂ ਵੀ ਐਕਸਟ੍ਰੀਮ ਤੇ ਗਈ ਸੀ। ਐਮਰਜੈਂਸੀ ਲਾ ਕੇ 2 ਸਾਲ ਉਹਨੇ ਕਿਸੇ ਨੂੰ ਚੋਣ ਨਹੀਂ ਕਰਨ ਦਿੱਤਾ, ਉਹ ਡਿਕਟੇਟਰਸ਼ਿਪ ਸੀ। ਹੁਣ ਇਹ ਵੀ ਅਟੈਕ ਡਿਕਟੇਟਰਸ਼ਿਪ ਤੇ ਕਰ ਰਹੇ ਆ, ਕਹਿੰਦੇ ਡਿਕਟੇਟਰਸ਼ਿਪ ਹੈ ਜੀ। ਲੜਾਈ ਆਪਣੀ ਰੂਪ ਰੇਖਾ ਪਹਿਲਾਂ ਸਿਧਾਂਤਕ ਲੈਵਲ ਤੇ ਕਲੀਅਰ ਕਰੋ, ਤੁਹਾਡੀ ਲੜਾਈ ਹੈ ਕੀ। ਜੇ ਬਾਕੀ ਰੀਜਨਲ ਪਾਰਟੀ ਨੂੰ ਨਾਲ ਲੈਣਾ ਹੈ ਤੇ ਉਹ ਸਿਰਫ ਇੱਕ ਟੈਂਡੈਂਸੀ ਨੂੰ ਫਾਈਟ ਕਰਨ ਵਾਸਤੇ ਨਹੀਂ ਲੜਿਆ ਜਾ ਸਕਦਾ, ਉਹਦੇ ਵਾਸਤੇ ਲੜਾਈ ਤੁਹਾਨੂੰ ਸਿਧਾਂਤਕ ਬਣਾਉਣੀ ਪਏਗੀ। ਪ੍ਰੋਫੈਸਰ ਖਾਲਿਦ, ਜਦੋਂ ਜਿਵੇਂ ਸਰਦਾਰ ਜਗਤਾਰ ਸਿੰਘ ਹੋਣੀ ਕਹਿੰਦੇ ਨੇ ਕਿ ਸਿਧਾਂਤਕ ਲੜਾਈ, ਜੇ ਫਿਰ ਉਹ ਸਿਧਾਂਤਕ ਲੜਾਈ ਚ ਪੈਂਦੇ ਨੇ ਤਾਂ ਪੰਗਾ ਫਿਰ ਆਪਣੀ ਪੋਲਿਟਿਕਸ ਤੇ ਆ ਖੜਾ ਹੁੰਦਾ ਹੈ। ਫਿਰ ਪਾਰਟੀ ਅੰਦਰ ਵੀ ਫੈਡਰਲ ਸਟਰਕਚਰ ਵਾਂਗ ਪਾਵਰਜ ਸ਼ੇਅਰ ਕਰਨੀਆਂ ਪੈਂਦੀਆਂ ਨੇ। ਫਿਰ ਜਿਹੜਾ ਉਹ ਇੱਕ ਪ੍ਰੋਸੈਸ ਚੱਲਦਾ ਕਿ ਦਿੱਲੀ ਤੋਂ ਗਵਰਨਮੈਂਟ ਚੱਲਦੀ ਹੈ ਤਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ, ਪੰਜਾਬ ਦੀ ਮਿਨਿਸਟਰੀ ਨੂੰ ਆਪਣੇ ਆਪ ਚੱਲਣ ਦਾ ਵੀ ਰਾਈਟ ਦੇਣ ਦੀ ਗੱਲ ਵਿੱਚ ਆਉਂਦੀ ਹੈ। ਜਦੋਂ ਤੁਸੀਂ ਦੂਜੀਆਂ ਸਰਕਾਰਾਂ ਤੋਂ ਮੰਗਦੇ ਹੋ ਤਾਂ ਆਪਣੀ ਪਾਰਟੀ ਅੰਦਰ ਵੀ ਤਾਂ ਫਿਰ ਉਹ ਗੱਲ ਲਾਗੂ ਕਰਨੀ ਪੈਂਦੀ ਹੈ ਜਾਂ ਲਾਗੂ ਕਰਨੀ ਪਏਗੀ, ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਉਸ ਪ੍ਰੋਸੈਸ ਨੂੰ ਫੋਲੋ ਕਰਦੇ ਹੋ ਤਾਂ। ਤੇ ਜਿਹੜੀਆਂ ਇਸ ਲੈਵਲ ਦਾ ਪਾਰਟੀ ਸਟਰਕਚਰ ਨੇ ਸਾਡੇ ਓਵਰਆਲ, ਇਹ ਮੈਚ ਕਰਦੇ ਨੇ ਫੈਡਰਲ ਦੀ ਲੜਾਈ ਲੜਨ ਦੇ ਯੋਗ ਨੇ, ਕਿਉਂਕਿ ਪਾਰਟੀ ਸਟਰਕਚਰ ਦੇ ਵਿੱਚ ਹੀ ਇਨਬਿਲਟ ਕਈ ਵਾਰ ਨਹੀਂ ਫੈਡਰਲ ਭਾਵਨਾ ਹੁੰਦੀ। ਫੈਡਰਲਿਜ਼ਮ ਕੀ ਹੈ? ਪਾਵਰ ਸ਼ੇਅਰਿੰਗ ਹੈ ਨਾ, ਕਿ ਸਟੇਟਾਂ ਨੂੰ ਉਨੀ ਪਾਵਰ ਜਿਹੜੇ ਉਹਦੇ ਦਾਇਰੇ ਦੀਆਂ ਨੇ, ਔਰ ਹਰ ਸਟੇਟ ਦਾ ਆਪਣਾ ਕਲਚਰ ਹੈ, ਆਪਣਾ ਬੋਲੀ ਹੈ, ਆਪਣਾ ਪਿਛੋਕੜ ਹੈ, ਤਾਂ ਕਿ ਉਹ ਆਪਣੇ ਫੈਸਲੇ ਉਸ ਤਰੀਕੇ ਨਾਲ ਕਰ ਸਕੇ। ਸੰਵਿਧਾਨ ਦੇ ਵਿੱਚ ਡਿਵੀਜ਼ਨ ਜਿਹੜੀ ਸਬਜੈਕਟਸ ਦੀ ਹੈ, ਉਹਨਾਂ ਸਬਜੈਕਟਸ ਤੇ ਉਹਨਾਂ ਦੇ ਕਾਨੂੰਨ ਬਣਾਉਣ ਦਾ ਹੱਕ ਉਹਨਾਂ ਕੋਲ ਹੋਵੇ, ਕੇਂਦਰ ਕੋਲ ਨਾ ਹੋਵੇ, ਤਾਂ ਫਿਰ ਉਹਨਾਂ ਦੀਆਂ ਪਾਰਟੀਆਂ ਨੂੰ ਵੀ ਤਾਂ ਉਹ ਉਹਨਾਂ ਹੱਕ ਆਪੋ ਆਪਣੇ ਰਾਜ 'ਚ ਦੇਣ ਦੀ ਲੋੜ ਪੈਣੀ ਹੈ ਨਾ। ਦੇਖੋ ਹਮੀਰ ਸਿੰਘ ਜੀ, ਗੱਲ ਹੈਗੀ ਹੈ ਕਿ ਤੁਸੀਂ ਫੈਡਰਲ ਪੋਲਿਟੀ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹ ਕੇਵਲ ਇਹ ਨਹੀਂ ਹੈ ਕਿ ਤੁਸੀਂ ਲੋਕ ਸਭਾ ਬਣਾ ਲਈ, ਰਾਜ ਸਭਾ ਬਣਾ ਲਈ ਤੇ ਵਿਧਾਨ ਸਭਾਵਾਂ ਬਣਾ ਲਈ। ਉਹ ਇੱਕ ਪੈਟਰਨ ਹੈ। ਉਸ ਪੈਟਰਨ ਦੇ ਵਿੱਚ ਪਾਰਟੀਆਂ ਦੀ ਇਨਰ ਡੈਮੋਕ੍ਰੇਸੀ ਵੀ ਸ਼ਾਮਿਲ ਹੈ, ਜਿਹੜੀ ਕਿ ਜ਼ਿਆਦਾਤਰ ਪਾਰਟੀਆਂ 'ਚ ਨਹੀਂ ਹੈ। ਹੁਣ ਆਮ ਆਦਮੀ ਪਾਰਟੀ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਕੇਜਰੀਵਾਲ ਜਾਂ ਦਿੱਲੀ ਦੇ 2-4 ਲੀਡਰਾਂ ਤੋਂ ਇਲਾਵਾ ਹੋਰ ਕਿਸੇ ਦਾ ਨਾਮ ਦੇ ਕੇ ਦੇਖੋ, ਕੋਈ ਹੈ? ਕੋਈ ਡੀਸੈਂਟਰਲਾਈਜੇਸ਼ਨ ਹੈ? ਤੁਸੀਂ ਬਿਲਕੁਲ ਸਹੀ ਕਿਹਾ ਹੈ ਵੀ ਪੰਜਾਬ ਦੀ ਰਾਜਨੀਤੀ, ਪੰਜਾਬ ਦੀ ਸਰਕਾਰ, ਪੰਜਾਬ ਦੀ ਕੈਬਨਿਟ ਦੇ ਫੈਸਲੇ ਉਹ ਸਾਰੇ ਕਿਤੇ ਹੋਰੋਂ ਡਿਕਟੇਟ ਹੋ ਰਹੇ ਹੈ। ਇਹਦਾ ਮਤਲਬ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਜਿਹੜੀ ਹੈਗੀ ਹੈ ਉਹ ਕੇਵਲ ਇੱਕ ਮੁਖੌਟਾ ਹੈ, ਨੰਬਰ 1। ਦੂਸਰੀ ਚੀਜ਼ ਇਹ ਹੈ, ਜਦ ਤੁਸੀਂ ਫੈਡਰਲ ਸਟਰਕਚਰ ਦੀ ਗੱਲ ਕਰਦੇ ਹੋ ਤਾਂ ਸਾਰੇ ਐਮਪੀਜ਼ ਨੂੰ ਮਿਲਦੇ ਹੋ। ਇਹ ਬਿਲਕੁਲ ਸਹੀ ਕਿਹਾ ਸਰਦਾਰ ਜਗਤਾਰ ਸਿੰਘ ਨੇ ਕਿ ਜਿਹੜੀ ਲੜਾਈ ਇਸ ਵੇਲੇ ਲੜ ਰਿਹਾ ਕੇਜਰੀਵਾਲ ਤੇ ਉਹਨਾਂ ਦੀ ਸਰਕਾਰ ਦਿੱਲੀ ਦੇ ਵਿੱਚ, ਉਹ ਹੈ ਵੀ ਸਾਡੇ ਕੋਲ ਪਾਵਰਾਂ ਨਹੀਂ ਜੀ, ਸਾਨੂੰ ਪਾਵਰਾਂ ਦਿੱਤੀਆਂ ਸੀਗੀਆਂ ਸੁਪਰੀਮ ਕੋਰਟ ਨੇ, ਇਹਨਾਂ ਨੇ ਫਿਰ ਦੁਬਾਰਾ ਖੋਲੀਆਂ। ਫੈਡਰਲ ਸਟਰਕਚਰ ਦਾ ਮੁੱਦਾ ਜਿਹੜਾ ਹੈਗਾ ਇੱਕ ਵਾਈਡਰ ਮੁੱਦਾ, ਜਿਹਦੇ ਪਰ ਰੀਜਨਲ ਪੋਲੀਟੀਕਲ ਪਾਰਟੀ ਸਾਰੀਆਂ ਆਉਂਦੀਆਂ ਨੇ ਇੱਕੋ ਪਲੇਟਫਾਰਮ ਤੇ ਜਾਂ ਨਹੀਂ ਆਉਂਦੀਆਂ, ਇਹਦੇ ਬਾਰੇ ਮੈਨੂੰ ਬਹੁਤ ਵੱਡਾ ਡਾਊਟ ਹੈ। ਕਿਉਂਕਿ ਰੀਜਨਲਿਜ਼ਮ ਨੂੰ ਵੀ ਆਪਣੇ ਨੂੰ ਫੋਲੋ ਕਰਨਾ ਚਾਹੁੰਦੀਆਂ, ਦੂਸਰੇ ਨੈਸ਼ਨਲ ਪਾਰਟੀ ਜਿਹਦੇ ਕੋਲ ਇਸ ਵੇਲੇ ਇਫੈਕਟਿਵਲੀ ਸੱਤਾ ਹੈਗੀ ਹੈ ਉਹਨੂੰ ਉਹਦੇ ਨਾਲ ਵਿਗਾੜਨਾ ਵੀ ਨਹੀਂ ਚਾਹੁੰਦੀਆਂ, ਚਾਹੇ ਉਹ ਈਡੀ ਆਈਟੀ ਕਰਕੇ ਹੋਵੇ, ਚਾਹੇ ਆਪਣਾ ਰਾਜਨੀਤਿਕ ਭਵਿੱਖ ਨੂੰ ਸਿਕਿਉਰ ਕਰਨ ਵਾਸਤੇ ਹੋਵੇ। ਮੈਂ ਅਕਾਲੀ ਦਲ ਦੀ ਐਗਜ਼ਾਮਪਲ ਫॉर ਐਗਜ਼ਾਮਪਲ ਲੈ ਲੈਣਾ, ਮਤਲਬ ਦੁਵਿਧਾ ਦੇ ਵਿੱਚ ਖੜੀ ਹੈ ਕਿ ਇੱਧਰ ਵੀ ਨਹੀਂ ਜਾ ਸਕਦੇ, ਇੱਧਰ ਵੀ ਨਹੀਂ ਜਾ ਸਕਦੇ। ਫੈਡਰਲ ਸਟਰਕਚਰ ਦੇ ਹਿਤੈਸ਼ੀ ਵੀ ਸੀਗੇ, ਲੇਕਿਨ ਹੁਣ ਇਸ ਵੇਲੇ ਇਹ ਹੈਗਾ ਵੀ ਸੱਤਾ ਕਿਵੇਂ ਮਿਲੂਗੀ। ਇਸੇ ਤਰੀਕੇ ਨਾਲ ਹੋਰ ਵੀ ਪੋਲੀਟੀਕਲ ਪਾਰਟੀ ਹੈ। ਤਾਂ ਆਮ ਆਦਮੀ ਪਾਰਟੀ ਦੀ ਵਿਡੰਬਨਾ ਵੀ ਇਹੀ ਹੈ, ਉਹਨਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਅਸੀਂ ਇੱਕ ਛੋਟਾ ਜਿਹਾ ਇਸ਼ੂ ਦੇ ਉੱਪਰ ਸਾਰਾ ਮੋਬਿਲਾਈਜ਼ ਕਰ ਰਹੇ ਹਾਂ ਜਾਂ ਇੱਕ ਅਸੀਂ ਵੱਡੇ ਇਸ਼ੂ ਨੂੰ ਐਡਰੈਸ ਕਰਨਾ ਚਾਹੁੰਦੇ ਹਾਂ। ਔਰ ਮੈਨੂੰ ਨਹੀਂ ਲੱਗਦਾ ਕੋਈ ਵੱਡੇ ਇਸ਼ੂ ਨੂੰ ਐਡਰੈਸ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ। ਉਹਨਾਂ ਦਾ ਜਿਹੜਾ ਹੈਗਾ ਬੇਸਿਕ ਮੁੱਦਾ ਆਪਣੇ ਤੱਕ ਹੀ ਸੀਮਤ ਹੈ। ਮੈਂ ਇਹਨਾਂ ਦੀ ਗੱਲ ਅੱਗੇ ਵਧਾ ਦਿਆਂ ਅਮੀਰ ਜੀ, ਮੈਂ ਥੋੜੀ ਜਿਹੀ ਵਧਾ ਦਿਆਂ ਇਹਨਾਂ ਦੀ ਗੱਲ। ਜੀ ਇਹਨਾਂ ਦਾ ਜੀ ਆਪਾਂ ਗੱਲ ਕਰਦੇ ਆ ਰੀਜਨਲ ਪਾਰਟੀਜ਼ ਫੈਡਰਲਿਜ਼ਮ ਤੇ ਮੋਬਿਲਾਈਜ਼ ਕਰਨ ਦੀ। ਹੁਣ ਬੜੀ ਵੱਡੀ ਸਮੱਸਿਆ ਹੈ ਰੀਜਨਲ ਪਾਰਟੀ ਦੀ, ਇੱਕ ਇਹ ਨਾਰਾ ਬਣ ਕੇ ਰਹਿ ਜਾਂਦਾ, ਇਸੇ ਕਰਕੇ ਜਿਹੜੀ ਇਹ ਲੜਾਈ ਹੈ ਇਹ ਪ੍ਰੈਕਟਿਸ ਦੇ ਵਿੱਚ ਪੋਸੀਬਲ ਹੀ ਨਹੀਂ ਹੈ। ਇਹਨਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਦੀ ਅੰਦਰਲੀ ਡੈਮੋਕ੍ਰੇਸੀ ਦੀ ਪਾਰਟੀਆਂ ਦੀ,
ਜਿੰਨੀਆਂ ਰੀਜਨਲ ਪਾਰਟੀਆਂ ਇਹ ਸਾਰੀਆਂ ਫੈਮਿਲੀ ਕੰਟਰੋਲਡ ਹੈ। ਜਿਹੜੀਆਂ ਪਾਰਟੀ ਹੈ ਹੀ ਫੈਮਿਲੀ ਕੰਟਰੋਲਡ ਉਹਨਾਂ 'ਚ ਇੰਟਰਨਲ ਡੈਮੋਕ੍ਰੇਸੀ ਤਾਂ ਹੁੰਦੀ ਹੀ ਨਹੀਂ। ਈਵਨ ਸ਼੍ਰੋਮਣੀ ਅਕਾਲੀ ਦਲ ਵਰਗੀ ਇਤਿਹਾਸਕ ਪਾਰਟੀ ਉਹ ਅਲਟੀਮੇਟਲੀ ਫੈਮਿਲੀ ਕੰਟਰੋਲਡ ਹੋ ਕੇ ਰਹੇਗੀ। ਤੇ ਹਸ਼ਰ ਆਪਾਂ ਸਾਰੇ ਦੇਖ ਰਹੇ ਹਾਂ ਵੀ ਹੋਇਆ ਕੀ ਇਸ ਪਾਰਟੀ ਦਾ। ਸਾਰੀਆਂ ਆਲਮੋਸਟ ਕੋਈ ਤੁਸੀਂ ਰੀਜਨਲ ਪਾਰਟੀ ਲੈ ਲਓ, DMK ਵਰਗੀਆਂ ਜਿਹੜੀਆਂ ਇਤਿਹਾਸਕ ਉਹ ਵੀ ਇਤਿਹਾਸਕ ਪਾਰਟੀ ਸੀ ਆਪਣੇ ਆਪ ਦੇ ਵਿੱਚ, ਕਿਤਨੀ ਲੰਬੀ ਲੜਾਈ ਉਹਨਾਂ ਨੇ ਲੜੀ, ਇਸ਼ੂ ਬੇਸਡ ਲੜਾਈ ਲੜੀ। ਦੋ ਪਾਰਟੀਆਂ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਲਗਾਤਾਰ ਇਸ਼ੂ ਬੇਸਡ ਲੜਾਈ ਲੜੀ ਉਹ DMK ਤੇ ਅਕਾਲੀ ਦਲ ਸੀ। ਲੇਕਿਨ ਅਲਟੀਮੇਟਲੀ ਦੋਵੇਂ ਇਸ਼ੂ ਬੇਸਡ ਹੈ। ਆ ਸਾਰੀ ਫੈਮਿਲੀ ਕੰਟਰੋਲਡ ਪਾਰਟੀਆਂ, ਜਿਹੜੀਆਂ ਫੈਮਿਲੀ ਕੰਟਰੋਲਡ ਪਾਰਟੀਆਂ ਹੈਗੀਆਂ ਉਹਨਾਂ 'ਚ ਇੰਟਰਨਲ ਡੈਮੋਕ੍ਰੇਸੀ ਹੋ ਹੀ ਨਹੀਂ ਸਕਦੀ। ਸੋ ਜਦੋਂ ਇਹੋ ਜਿਹੀਆਂ ਪਾਰਟੀਆਂ ਫੈਡਰਲਿਜ਼ਮ ਦੀ ਗੱਲ ਕਰਨਗੀਆਂ ਉਹ ਸੈਲਫ ਕੰਟਰਾਡਿਕਟਰੀ ਹੋਏਗੀ। ਇਸੇ ਕਰਕੇ ਇਹ ਸਿਰਫ ਗਵਰਨੈਂਸ ਇਸ਼ੂ ਤੇ ਲੜਾਈ ਲੜਨਾ ਚਾਹੁੰਦੇ ਆ। ਸਿਧਾਂਤਕ ਲੜਾਈ ਇਹ ਲੜ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਆਪਣਾ ਆਰਕੀਟੈਕਚਰ ਹੀ ਫੈਡਰਲ ਨਹੀਂ ਹੈ। ਇੰਟਰਨਲ ਪਾਰਟੀ ਡੈਮੋਕ੍ਰੇਸੀ ਨਹੀਂ ਹੈ। ਇੱਥੇ ਸਭ ਤੋਂ ਵੱਡੀ ਇਹ ਦਿੱਕਤ ਇਸ ਲੜਾਈ ਦੇ ਵਿੱਚ ਇਹ ਆ ਰਹੀ ਹੈ ਔਰ ਇਹੀ ਸਮੱਸਿਆ ਅਲਟੀਮੇਟਲੀ ਆਮ ਆਦਮੀ ਪਾਰਟੀ ਦੀ ਵੀ ਤੇ ਬਾਕੀ ਜਿਵੇਂ ਬਾਕੀ ਸਾਰੀਆਂ ਪਾਰਟੀਆਂ ਦੀ ਇਹਨਾਂ ਦੀ ਹੈਗੀ। ਸੋ ਮੈਂ ਇਸ ਲੜਾਈ ਦੇ ਵਿੱਚ ਕੋਈ ਬਹੁਤਾ ਆਸਵੰਦ ਨਹੀਂ ਇਸੇ ਕਰਕੇ ਕਿ ਇਹਨਾਂ ਦਾ ਆਰਕੀਟੈਕਚਰ ਅਲਾਓ ਹੀ ਨਹੀਂ ਕਰਦਾ ਇਹਨਾਂ ਨੂੰ ਫੈਡਰਲ ਦੀ ਲੜਾਈ ਲੜਨ ਦੇ ਵਾਸਤੇ। ਪਰ ਜੇ ਮੈਂ ਇੱਕ ਹੋਰ ਸਵਾਲ ਇਹੀ ਇਸੇ ਨੂੰ ਅੱਗੇ ਵਧਾਵਾਂ ਤਾਂ ਜਿਹੜੇ BJP ਦੇ ਵੀ ਚੀਫ ਮਿਨਿਸਟਰ ਹੋਣਗੇ ਘੱਟੋ ਘੱਟ ਉਹ ਵੀ ਤਾਂ ਇਹ ਚਾਹੁੰਦੇ ਹੀ ਨੇ ਨਾ, ਚੰਦਰੋਂ ਤਾਂ ਉਹ ਵੀ ਚਾਹੁੰਦੇ ਹੀ ਹੋਣਗੇ ਕਿ ਮੇਰੀ ਸਟੇਟ, ਮੈਂ ਚੀਫ ਮਿਨਿਸਟਰ, ਮੇਰੇ ਸਟੇਟ ਦਾ ਮੈਨੂੰ ਹੱਕ ਤਾਂ ਹੋਣਾ ਚਾਹੀਦਾ ਫੈਸਲੇ ਕਰਨ ਦਾ। ਜੇ ਸਾਡੇ ਸਾਰੇ ਵਿਸ਼ੇ ਕੇਂਦਰ ਕੋਲੇ ਹੀ ਚਲੇ ਗਏ ਤਾਂ ਫਿਰ ਮੈਂ ਕਾਹਦਾ ਚੀਫ ਮਿਨਿਸਟਰ ਆ, ਫਿਰ ਮੈਂ ਸੂਬੇਦਾਰ ਵਰਗਾ ਹੋਊਗਾ। ਅੰਦਰ ਕਿਤੇ ਨਾ ਕਿਤੇ ਗੱਲ ਤਾਂ ਜਿਹੜੇ ਮੇਨ ਰੂਲਿੰਗ ਪਾਰਟੀ ਹੈ, ਜਿਵੇਂ ਕਾਂਗਰਸ ਦੇ ਵਿੱਚ ਵੀ ਕਿਸੇ ਸਮੇਂ ਚਾਹੇ ਕਾਂਗਰਸ ਉਸੇ ਪਾਸੇ ਜਾਂਦੀ ਸੀ ਪਰ ਰੀਜਨਲ ਲੀਡਰ ਅਸਲਟ ਕਰਦੇ ਸੀ ਕਈ ਵਾਰ ਕਿ ਨਹੀਂ ਸਾਡਾ ਰੌਲਾ ਜਦੋਂ ਪੈ ਜਾਂਦਾ ਸੀ ਕਈ ਚੀਫ ਮਿਨਿਸਟਰ ਖੜ ਜਾਂਦੇ ਸੀ ਆਪੋ ਆਪਣੀਆਂ ਗੱਲਾਂ ਦੇ ਉੱਤੇ। ਤਾਂ BJP ਦੇ ਵਿੱਚੋਂ ਵੀ ਤਾਂ ਕਿਤੇ ਜੇ ਲੋੜ ਆ ਇਹ ਸੂਬਿਆਂ ਦੀ ਤਾਂ ਘੱਟੋ ਘੱਟ ਉੱਥੋਂ ਵੀ ਤਾਂ ਕਦੇ ਆਵਾਜ਼ ਉੱਠਣ ਦੀ ਸੰਭਾਵਨਾ ਨਜ਼ਰ ਆ ਸਕਦੀ ਹੈ ਜਾਂ ਨਹੀਂ? ਦੇਖੋ ਏਦਾਂ ਹੈਗਾ ਹਮੀਰ ਸਿੰਘ ਜੀ, ਆਪਾਂ ਸਭ ਜਾਣਦੇ ਹਾਂ ਅੱਜ ਤੱਕ ਮੈਨੂੰ ਕੋਈ ਐਸਾ ਚੀਫ ਮਿਨਿਸਟਰ ਦੱਸੋ BJP ਦਾ ਜਿਹੜਾ ਉੱਠ ਕੇ ਉਹਨਾਂ ਦੀ ਕੇਂਦਰ ਲੀਡਰਸ਼ਿਪ ਦੇ ਫੈਸਲੇ ਦੇ ਅਗੇਂਸਟ ਖੜਾ ਹੋਇਆ ਹੋਵੇ। ਨਾਟ ਅ ਸਿੰਗਲ। ਵਜ੍ਹਾ ਇਹ ਹੈਗੀ ਹੈ ਇੱਕ ਕੇਡਰ ਬੇਸਡ ਪਾਰਟੀ ਹੈ ਔਰ ਸਾਰੀਆਂ ਧੜਾਵਾਂ RSS ਦੇ ਹੱਥ ਦੇ ਵਿੱਚ ਹੈ। ਉਹਨਾਂ ਦੀ ਅਪਰੂਵਲ ਦੇ ਨਾਲ ਚੀਫ ਮਿਨਿਸਟਰ ਬਣਦੇ ਆ ਜਿਹੜੇ ਕਿ ਪ੍ਰਚਾਰਕ ਹੈ, ਜਿਹੜੇ ਕਿ 올ਡ ਟਾਈਮ ਸਮਰਥਕ ਹੈ, RSS ਦੇ ਵਿੱਚੋਂ ਨਿਕਲੇ ਹੋਏ ਆ। ਉਹਨਾਂ ਦੀ ਜਿਹੜੀ ਸੋਚ ਹੈ ਉਹ ਇਹੀ ਹੈਗੀ ਹੈ ਕਿ ਅਸੀਂ ਉੱਪਰ ਲੀਡਰ ਦੇ ਮੁਤਾਬਕ ਚੱਲਣਾ। ਇਹ ਵਿਪਰੀਤ ਕਾਂਗਰਸ ਦੇ ਵਿੱਚ ਆਪਾਂ ਕਹਿੰਦੇ ਫੈਕਸ਼ਨਲਿਜ਼ਮ ਬਹੁਤ ਹੈ, ਲੋਕ ਵਿੱਚੋਂ ਉੱਠ ਖੜਦੇ ਆ, ਉੱਠੇ ਹੈ। ਇਹ ਇੱਕ ਵਾਈਬ੍ਰੈਂਟ, ਆਪਾਂ ਇਹ ਵੀ ਕਹਿ ਸਕਦੇ ਹਾਂ ਇੱਕ ਵਾਈਬ੍ਰੈਂਟ ਡੈਮੋਕ੍ਰੇਸੀ ਹੈ, ਵਾਈਬ੍ਰੈਂਟ ਪੋਲੀਟੀਕਲ ਪਾਰਟੀ ਦੀ ਨਿਸ਼ਾਨੀ ਵੀ ਹੋ ਸਕਦੀ ਹੈ ਜਦ ਵਿੱਚੋਂ ਅੰਦਰੋਂ ਡਾਈਸੈਂਟ ਦੀ ਆਵਾਜ਼ ਉੱਠਦੀ ਹੈ। ਇਹ ਚੀਜ਼ ਆਪਾਂ ਦੇਖਦੇ ਹਾਂ। ਲੇਕਿਨ BJP ਦੇ ਵਿੱਚ ਮੈਨੂੰ ਹਜੇ ਵੀ ਨਹੀਂ ਲੱਗਦਾ ਕੋਈ ਐਸਾ ਚੀਫ ਮਿਨਿਸਟਰ ਉੱਠੇਗਾ। ਹਾਲਾਂਕਿ ਕਾਫੀ ਦਿੱਗਜ ਚੀਫ ਮਿਨਿਸਟਰ ਹੈ, ਯੋਗੀ ਹੈ ਜਾਂ ਮੱਧ ਪ੍ਰਦੇਸ਼ ਦੇ ਵਿੱਚ ਹੈ ਜਾਂ ਹੋਰ ਹੈ, ਉਹ ਐਸਾ ਕੋਈ ਚੀਫ ਮਿਨਿਸਟਰ ਮੈਨੂੰ ਉੱਠਣ ਦੀ ਸੰਭਾਵਨਾ ਨਹੀਂ ਹੈ ਜਿਹੜਾ ਕਿ ਉੱਠ ਕੇ ਕਿੰਤੂ ਪਰੰਤੂ ਕਰ ਸਕੇ ਉੱਪਰਲੇ ਦੋ ਮੋਸਟ ਸਟਰੋਂਗ ਵਿਅਕਤੀਆਂ ਦੀ ਕਿਸੇ ਵੀ ਕਰਨੀ ਜਾਂ ਕਥਨੀ ਦੇ ਅਗੇਂਸਟ। ਤੁਸੀਂ ਦੇਖੋ ਨਾ ਪਿਛਲੀ ਵਾਰੀ ਗੁਜਰਾਤ ਦੇ ਵਿੱਚ ਆਨੰਦੀਬਾਈ ਪਟੇਲ ਨੂੰ ਕਿਸ ਤਰੀਕੇ ਦੇ ਨਾਲ ਉਤਾਰ ਕੇ ਉਸ ਤੋਂ ਬਾਅਦ ਆਰਾਮ ਨਾਲ ਨਵਾਂ, ਕਿਸੇ ਤਰ੍ਹਾਂ ਕੋਈ ਰਿਜ਼ੈਂਟਮੈਂਟ ਨਹੀਂ ਹੈ ਕਿਤੋਂ। ਇਹ ਹੋ ਵੀ ਨਹੀਂ ਸਕਦੀ ਉੱਥੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਤੜਾਵਾਂ ਕਿਤੇ ਹੋਰ ਫਸੀਆਂ ਹੋਈਆਂ, ਕਿਤੋਂ ਹੋਰੋਂ ਨਿਕਲਦੀਆਂ। ਉੱਥੋਂ ਜੋ ਫੈਸਲਾ ਹੁੰਦਾ ਹੈ ਉਹਦੇ ਮੁਤਾਬਕ ਜ਼ਿਆਦਾਤਰ ਚੀਜ਼ਾਂ ਹੁੰਦੀਆਂ। ਮੈਨੂੰ ਉਮੀਦ ਨਹੀਂ ਹੈ ਕਿ ਜਿਹੜੀ ਬੇਸ਼ੱਕ BJP ਕਲੇਮ ਕਰਦੀ ਹੈ ਸਾਡੀ ਇੰਟਰਨਲ ਡੈਮੋਕ੍ਰੇਸੀ ਹੈ, ਲੇਕਿਨ ਇੱਕ ਰੈਜੀਮੈਂਟਡ ਕਾਈਂਡ ਆਫ ਜਿਹੜੀ ਪੋਲੀਟੀਕਲ ਪਾਰਟੀ ਹੈ ਜਿੱਥੇ ਇੱਕ ਤੁਸੀਂ ਰੈਜੀਮੈਂਟ ਦੇ ਹੁਕਮ ਦੇ ਮੁਤਾਬਕ ਚੱਲਦੇ ਹੋ, ਉਹਦੇ ਵਿੱਚ CM ਹੋਵੇ ਜਾਂ ਕੋਈ ਹੋਵੇ, ਤੁਸੀਂ 2-4 ਮੰਤਰੀਆਂ ਤੇ ਇਲਾਵਾ ਕਿਸੇ ਦਾ ਨਾਂ ਕਦੇ ਸੁਣਿਆ ਕਿਸੇ ਅਖਬਾਰ ਦੇ ਵਿੱਚ? ਕੋਈ ਨਹੀਂ ਹੈ ਕਿਉਂਕਿ ਕੋਈ ਬੋਲਦਾ ਹੀ ਨਹੀਂ ਹੈ। ਇੱਥੇ ਤੱਕ ਨਹੀਂ ਬੋਲਦੇ, ਉਹ ਕਹਿੰਦੇ ਅਸੀਂ ਘਰ ਦੇ ਅੰਦਰ ਨਹੀਂ ਗੱਲ ਕਰਦੇ, ਪਤਾ ਨਹੀਂ ਸਾਡੀਆਂ ਕੋਠੀਆਂ ਬੰਦ ਨਾ ਕੀਤੀਆਂ ਹੋਣ, ਉਹ ਨਾ ਲਾਏ ਹੋਣ ਸੈਂਸਰ ਵਗੈਰਾ, ਆਪਾਂ ਜਾ ਕੇ ਉਹਦੇ ਵਿੱਚ ਗੱਲ ਕਰਦੇ ਆ ਲੌਨ ਦੇ ਵਿੱਚ। ਇਸ ਤਰ੍ਹਾਂ ਦੇ ਵੀ ਸਾਹਮਣੇ ਆਏਗਾ। ਯਾਨੀ ਉਹ ਕਹਿੰਦੇ ਵੀ ਸਾਡੀ ਪੋਜੀਸ਼ਨ ਬਚੀ ਹੋਈ ਆ, ਬਸ ਦੈਟਸ ਆਲ, ਅਸੀਂ ਮੰਤਰੀ ਬਣੇ ਹੋਏ ਆ, ਬਾਕੀ ਸਰਕਾਰ ਜੋ ਫੈਸਲੇ ਕਰੀ ਆ ਅਸੀਂ ਲੱਭੈਕ ਹੱਥ ਖੜਾ ਕਰਨ ਵਾਲੇ। ਜਗਤਾਰ ਸਿੰਘ ਜੀ, ਜਿਵੇਂ BJP, ਇਹਦਾ ਮਤਲਬ ਇੱਕ ਤਾਂ ਡਰ ਦਾ ਪਹਿਲੂ ਹੈ ਕਿ ਬੰਦੇ ਨਾ ਬੋਲਣ, ਇੱਕ ਲੋੜ ਹੈ ਕਿ ਉਹਨਾਂ ਨੂੰ ਉਹ ਚਾਹੀਦਾ। ਜਿਵੇਂ ਪਿਛਲੇ ਦਿਨਾਂ 'ਚ ਘਟਨਾ BJP ਦੇ ਐਂਗਲ ਤੋਂ ਵਾਪਰੀ ਹੈ। ਜੇ ਰਾਜਸਥਾਨ ਦੀ ਆਪਾਂ ਘਟਨਾ ਦੇਖੀਏ, ਜਦੋਂ ਮੱਧ ਪ੍ਰਦੇਸ਼ ਤੋਂ ਬੰਦੇ ਤੋੜ ਕੇ ਮੱਧ ਪ੍ਰਦੇਸ਼ ਸਰਕਾਰ ਉਹਨਾਂ ਨੇ ਆਪਣੀ ਬਣਾ ਲਈ ਤੇ ਰਾਜਸਥਾਨ 'ਚ ਵੀ ਇਹ ਟ੍ਰਾਇਲ ਕੀਤਾ ਗਿਆ ਸਚਨ ਪਾਇਲਟ ਦੇ ਰਾਹੀਂ,
ਪਰ ਉਦੋਂ ਓਵਰਆਲ ਓਪਨ ਸੀਕ੍ਰੇਟ ਹੈ ਕਿ ਵਸੁੰਧਰਾ ਜਾਂ ਰਾਜੇ ਨੇ ਖੜ ਕੇ ਆਪਣੀ ਸੈਂਟਰਲ ਲੀਡਰਸ਼ਿਪ ਦੇ ਖਿਲਾਫ ਗਹਿਲੋਤ ਨੂੰ ਸਪੋਰਟ ਕੀਤਾ ਅੰਦਰ ਖਾਤੇ। ਹੁਣ ਵੀ ਦੁਬਾਰਾ ਫੇਰ ਇਹ ਰੌਲਾ ਦੁਬਾਰਾ ਚੱਲਿਆ ਸੀਗਾ ਕਿ ਵਸੁੰਧਰਾ ਰਾਜੇ ਆਪਣੇ ਤਰੀਕੇ ਨਾਲ ਸੋਚ ਰਹੀ ਹੈ, ਉਹਦੇ ਕੋਲ ਇੱਕ MLA ਨੇ ਹੈਗੇ ਨੇ, ਉਹ ਸਰਕਾਰ ਉਸ ਲੈਵਲ ਤੇ ਕੁਛ ਨਾ ਕੁਛ ਕਰ ਰਹੀ ਹੈ। ਇਹ ਠੀਕ ਹੈ ਕਿ ਡਿਸਪਲਿਨ ਇੰਨਾ ਹੁੰਦਾ, ਬੰਦੇ ਨੂੰ ਬਾਹਰ ਕੱਢ ਦਿੰਦੇ ਨੇ। ਇੱਕ ਲੋੜ ਹੁੰਦੀ ਹੈ ਕਿ ਐਡੇ ਵੱਡੇ ਡਿਵਰਸ ਕੰਟਰੀ ਨੂੰ ਫੈਡਰਲਿਜ਼ਮ ਦੀ ਲੋੜ ਹੈ, ਤਾਂ ਲੋੜ ਕਿੰਨਾ ਚਿਰ ਦਬ ਸਕਦੀ ਹੈ? ਇਹ ਬਹੁਤ ਲੰਬਾ ਸਮਾਂ ਵੀ ਜਾ ਸਕਦਾ ਇਸੇ ਤਰੀਕੇ ਦੇ ਨਾਲ, ਜਾਂ ਜੇ ਲੋੜ ਅੱਜ ਦੀ ਗੱਲ ਕਰਦੇ ਆ ਤਾਂ ਅੱਜ ਤੋਂ ਹੀ ਕੋਈ ਉਸ ਪੱਧਰ ਦੀਆਂ ਮੂਵਮੈਂਟਾਂ ਨੇ। ਜਿਵੇਂ ਮੂਵਮੈਂਟ ਦਾ ਕੁਐਸਚਨ ਹੈ, ਕਿਸਾਨ ਅੰਦੋਲਨ ਸੀਗਾ। ਕਿਸਾਨ ਅੰਦੋਲਨ ਨੇ ਦੋ ਗੱਲਾਂ ਉਭਾਰੀਆਂ ਸੀ, ਜਿਹੜੇ ਚ ਇੱਕ ਤਾਂ ਕਾਰਪੋਰੇਟ ਜਿਹੜਾ ਕੰਟਰੋਲ ਹੈ ਉਹਦੇ ਖਿਲਾਫ, ਅਡਾਨੀ ਅੰਬਾਨੀ ਜਿਹਦੀ ਗੱਲ ਕਰਦੇ ਸੀ, ਔਰ ਲੱਗਦਾ ਹੈ ਵੀ ਪੋਲੀਟੀਕਲ ਧਿਰਾਂ ਸਾਰੀਆਂ ਕਾਰਪੋਰੇਟ ਕੰਟਰੋਲ ਦੇ ਹੇਠ ਆ ਗਈਆਂ। ਪਾਲਿਸੀ ਮੇਕਿੰਗ ਜਿਵੇਂ ਕਾਰਪੋਰੇਟ ਕੋਲ ਚਲਾ ਗਿਆ, ਪਾਰਟੀਆਂ ਕੱਲੀਆਂ ਫ੍ਰੀ ਦੇਣ ਜੋਗੀਆਂ ਰਹਿ ਗਈਆਂ ਕਿ ਉਹਦੇ ਚੋਂ ਮੈਂ ਇੰਨੇ ਪੈਸੇ ਦੇ ਦੋ, ਗਰੰਟੀ ਦੇ ਦੋ, ਫਲਾਣਾ। ਤਾਂ ਉਹ ਲੜਾਈ ਤਾਂ ਫਿਰ ਕੋਈ ਵੀ ਪਾਰਟੀ ਅਜੇ ਇਸ ਸਮੇਂ ਨਹੀਂ ਹੈ। ਕਦੇ ਕਦੇ ਕਮਿਊਨਿਸਟ ਦਿਖਦੇ ਹੁੰਦੇ ਸੀ, ਉਹ ਹੁਣ ਫਿਰ ਉਹਨਾਂ ਦੀ ਹਾਲਤ ਮਤਲਬ ਆਪਣੇ ਸਾਹਮਣੇ ਦਿਖਾਈ ਦੇ ਰਹੀ ਹੈ। ਤਾਂ ਫਿਊਚਰ ਕਿਵੇਂ ਦੇਸ਼ ਦਾ ਇਸ ਪਾਸੇ ਜਾ ਸਕਦਾ, ਪੰਜਾਬ ਤੋਂ ਲੈ ਕੇ ਅੱਗੇ ਤੱਕ ਦੀ ਜਿਹੜੀ ਆਪਾਂ ਥੋੜਾ ਦੇਖਦੇ ਆ ਕਿ ਅਗਲੇ 2024 ਫਿਰ 2027 ਕਿਸ ਲੈਵਲ ਦਾ ਸੰਭਵ ਹੈ? ਗੱਲ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਸਟੇਟ ਵਰਸਸ ਸੈਂਟਰ, ਉਹਦੇ ਚ ਜਦੋਂ ਸੇਮ ਪਾਰਟੀ ਦੀ ਸਰਕਾਰ ਹੁੰਦੀ ਹੈ, ਫੰਕਸ਼ਨਲ ਅਟਾਨਮੀ ਹਰ ਸਟੇਟ ਗਵਰਨਮੈਂਟ ਨੂੰ ਹੁੰਦੀ ਹੈ। ਇਹ ਪਹਿਲੀ ਵਾਰੀ ਰੌਲਾ ਪਿਆ ਪੰਜਾਬ ਦੇ ਵਿੱਚ ਕਿ ਦਿੱਲੀ ਤੋਂ ਫਲਾਣੇ ਬੰਦੇ ਦਿੱਲੀ ਤੋਂ ਪਾਰਟ ਹੋ ਕੇ ਗਏ, ਫਲਾਣੇ ਆ ਗਏ। ਕਾਂਗਰਸ ਜਿਹੜੀ ਟੋਟਲੀ ਸੈਂਟਰਲਾਈਜ਼ ਪਾਰਟੀ ਸੀ, ਖਾਸ ਕਰਕੇ ਮਿਸਟਰ ਗਾਂਧੀ ਵੇਲੇ, ਕਦੇ ਇਸ ਲੈਵਲ ਤੇ ਕੋਈ ਇੰਟਰਫੀਰੈਂਸ ਕਦੇ ਨਹੀਂ ਸੁਣੀ ਗਈ। ਮੇਜਰ ਪਾਲਿਸੀ ਡਿਸੀਜਨ ਯੈਸ, ਕਿਤੇ ਕਿਤੇ ਜਿਵੇਂ ਪਾਣੀਆਂ ਦੇ ਇਸ਼ੂ ਤੋਂ ਹੋ ਗਿਆ, ਜ਼ਬਰਦਸਤੀ ਸਾਈਨ ਕਰਾਏ ਗਏ ਸਰਦਾਰ ਦਰਬਾਰਾ ਸਿੰਘ ਤੋਂ, ਉਹ ਵੱਖਰੇ ਇਸ਼ੂ ਹੈਗੇ ਹੈ। ਲੇਕਿਨ ਬਾਈ ਐਂਡ ਲਾਰਜ ਜਿਹੜੀ ਸਟੇਟ ਦੀ ਫੰਕਸ਼ਨਿੰਗ ਹੈ, ਉਹਦੇ ਚ ਮੈਂ ਕਿਹਾ ਬੀਜੇਪੀ ਸਰਕਾਰਾਂ ਦੇ ਵਿੱਚ ਵੀ ਕੋਈ ਇੰਟਰਫੀਰੈਂਸ ਨਹੀਂ ਹੁੰਦੀ ਹੈ। ਉਹ ਫੰਕਸ਼ਨਲ ਅਟਾਨਮੀ ਆਲਮੋਸਟ ਸਾਰੇ, ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ। ਜਿਹੜੇ ਮਾਈਕਰੋ ਡਿਸੀਜਨ ਹੈਗੇ ਆ ਉਹ ਲੈਣੇ, ਇਹ ਤਾਂ ਲੋਕਲ ਲੈਵਲ ਤੇ ਲੈ ਜਾਂਦੇ ਤਾਂ ਲੈ ਜਾ ਰਹੇ ਆ। ਉੱਥੇ ਤੁਹਾਨੂੰ ਕਿਤੇ ਵੀ ਕੋਈ ਨਜ਼ਰ ਨਹੀਂ ਆਉਂਦਾ ਵੀ ਉੱਪਰੋਂ ਕੋਈ ਡਾਇਰੈਕਸ਼ਨ ਆਈ ਹੋਵੇ। ਪੰਜਾਬ ਦੇ ਵਿੱਚ ਇੱਕ ਐਗਜ਼ਾਮਪਲ ਹੋਰ ਸੀ ਪਹਿਲਾਂ 2004 ਦੇ ਵਿੱਚ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਤੇ ਬਿੱਲ ਲਿਆਂਦਾ ਸੀਗਾ 2000, ਆਪਣੇ ਰਿਜੈਕਟਿੰਗ ਪੁਰਾਣੇ ਫੈਸਲੇ ਸੀਗੇ ਉਹ ਸਾਰਿਆਂ ਤੇ। ਪੰਜਾਬ ਟਰਮੀਨੇਸ਼ਨ ਆਫ ਰਿਵਰ ਐਗਰੀਮੈਂਟਸ ਐਕਟ, ਉਹ ਤੇ ਰੌਲਾ ਪਿਆ ਸੀਗਾ। ਤੇ ਉਹ ਦਿੱਲੀ ਦੇ ਵਿੱਚ ਪ੍ਰਾਈਮ ਮਿਨਿਸਟਰ ਆਪਣੇ ਡਾਕਟਰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਦੋਵਾਂ ਨੇ ਹੀ ਬੜਾ ਸਟਰੋਂਗਲੀ ਆਬਜੈਕਟ ਕੀਤਾ ਸੀ। ਤੇ ਉਹਦੀ ਕਾਸਟ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੇ ਪਾਰਟੀ ਨੂੰ ਵੀ ਅਲਟੀਮੇਟਲੀ ਪੇ ਕਰਨੀ ਪਈ ਸੀ। ਉਹ ਬਹੁਤ ਵੱਡਾ ਫੈਸਲਾ ਸੀ ਜਿਹਦੀਆਂ ਨੈਸ਼ਨਲ ਇੰਪਲੀਕੇਸ਼ਨ ਸੀਗੀਆਂ। ਅਦਰਵਾਈਜ਼ ਮਤਲਬ ਕੈਪਟਨ ਅਮਰਿੰਦਰ ਸਿੰਘ ਵਰਗੇ ਚੀਫ ਮਿਨਿਸਟਰ ਤਾਂ ਕਿਸੇ ਦੀ ਵੈਸੇ ਹੀ ਪਰਵਾਹ ਨਹੀਂ ਸੀ ਕਰਦੇ। ਕਾਂਗਰਸ ਦੇ ਬੜੇ ਤਕੜੇ ਰੀਜਨਲ ਲੀਡਰ ਰਹੇ ਆ, ਔਰ ਜਦੋਂ ਉਹ ਲੀਡਰ ਫੇਜ਼ ਆਊਟ ਹੋ ਗਏ, ਪਾਰਟੀ ਵੀ ਵੀਕ ਹੋ ਗਈ, ਪਾਰਟੀ ਨੂੰ ਵੀ ਕਾਸਟ ਦੇਣੀ ਪਈ ਉਹਦੀ ਅਲਟੀਮੇਟਲੀ। ਸੋ ਜਦ ਤੱਕ ਯੂਨਿਟ ਸਟਰੋਂਗ ਨਹੀਂ ਹੁੰਦੀਆਂ, ਉਹਨੂੰ ਤੁਸੀਂ ਫੈਡਰਲਿਜ਼ਮ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ ਪਾਰਟੀ ਦੀਆਂ, ਉਦੋਂ ਤੱਕ ਪਾਰਟੀ ਨੈਸ਼ਨਲ ਲੈਵਲ ਤੇ ਸਟਰੋਂਗ ਨਹੀਂ ਹੁੰਦੀ। ਬੀਜੇਪੀ ਦਾ ਆਰਕੀਟੈਕਚਰ ਹੀ ਡਿਫਰੈਂਟ ਹੈ। ਜਿਵੇਂ ਪ੍ਰੈਸ ਸਾਹਿਬ ਗੱਲ ਕਰ ਰਹੇ ਹੈ, ਕਾਡਰ ਬੇਸ ਪਾਰਟੀ ਹੈ ਤੇ ਕਾਡਰ ਸਰ RSS ਵਾਲੇ ਕੰਟਰੋਲ ਕਰਦੇ ਆ, ਤਾਂ ਬੀਜੇਪੀ ਕੰਟਰੋਲ ਹੀ ਨਹੀਂ ਕਰਦੀ। ਬੀਜੇਪੀ ਦਾ ਫਰੰਟ ਹੈ, ਕੰਟਰੋਲ ਤਾਂ ਕਿਸੇ ਹੋਰ ਪਾਸੇ ਹੈ ਸਾਰੀ ਗੱਲ ਦਾ। ਸੋ ਉਹ ਮਿਕਸਚਰ ਹੈ, ਕਾਰਪੋਰੇਟ ਵੀ RSS ਵੀ, ਸਾਰਾ ਕੁਝ ਕਾਰਪੋਰੇਟ ਨੂੰ ਇਹ ਮਾਹੌਲ ਸੂਟ ਕਰਦਾ ਹੈ। ਸੋ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਲੜਾਈ ਦੀ ਰੂਪਰੇਖਾ ਹੈ, ਆਪਾਂ ਤਾਂ ਗੱਲ ਉੱਥੇ ਕਰ ਰਹੇ ਹਾਂ, ਲੜਾਈ ਦੀ ਰੂਪਰੇਖਾ ਕੀ ਹੋਏਗੀ ਜੇ ਆਟੋਨਮੀ ਸਟੇਟਸ ਨੂੰ ਮਿਲਣੀ ਹੈ, ਉਹ ਸਿਧਾਂਤਕ ਤੌਰ ਤੇ ਮਿਲਣੀ ਹੈ। ਓਰੀਜਨਲ ਜੇ ਆਪਾਂ ਤੁਸੀਂ ਕੰਸਟੀਟਿਊਸ਼ਨ ਚੱਕੋ, ਪ੍ਰੈਸ ਸਾਹਿਬ ਨੂੰ ਤਾਂ ਜ਼ਿਆਦਾ ਇਸ ਚੀਜ਼ ਸਮਝ ਹੈ ਮੇਰੇ ਨਾਲੋਂ, ਕਿ ਉਹ ਫੰਕਸ਼ਨਲ ਆਟੋਨਮੀ ਓਰੀਜਨਲ ਕੰਸਟੀਟਿਊਸ਼ਨ ਦੇ ਵਿੱਚ ਹੈ ਸਟੇਟਸ ਨੂੰ। ਉਹ ਤਾਂ ਹੌਲੀ ਹੌਲੀ ਜਿਹੜੀਆਂ ਸਟੇਟਸ ਦੀਆਂ ਪਾਵਰਸ ਹੈਗੀਆਂ ਉਹ ਸੈਂਟਰ ਨੇ ਡਾਇਲਿਊਟ ਕੀਤੀਆਂ, ਉਹਨਾਂ ਦੇ ਆਪਣਾ ਅਧਿਕਾਰ ਖੇਤਰ ਵਧਾਇਆ। ਨਹੀਂ ਤਾਂ ਓਰੀਜਨਲੀ ਤਾਂ ਬਾਈ ਐਂਡ ਸਾਰਾ ਠੀਕ ਸੀਗਾ। ਉਦੋਂ ਇਹ ਸਾਰਾ ਕੁਝ ਧਿਆਨ 'ਚ ਰੱਖ ਕੇ ਜਿਹੜੇ ਹਿੰਦੁਸਤਾਨ ਦੀ ਡਾਇਵਰਸਿਟੀ ਹੈ ਵੀ ਇਹ ਜੇ ਇਹਨੂੰ ਕਾਇਮ ਰੱਖਣਾ ਹੈ ਤੇ ਇਹਦੇ ਵਾਸਤੇ ਸਾਨੂੰ ਕਿਹੋ ਜਿਹਾ ਸੈਟਅਪ ਚਾਹੀਦਾ, ਉਹ ਧਿਆਨ ਦੇ ਵਿੱਚ ਰੱਖਿਆ ਗਿਆ ਸੀਗਾ। ਜਦੋਂ ਤੁਹਾਡੀ ਬੀਜੇਪੀ ਵਰਗੀ ਆਈਡੀਓਲੋਜੀਕਲ ਪਾਰਟੀ ਪਾਵਰ ਦੇ ਵਿੱਚ ਆ ਗਈ, ਕਾਂਗਰਸ ਤੇ ਇਹਦੇ 'ਚ ਫਰਕ ਇਹੀ ਹੈ, ਕਾਂਗਰਸ ਵੀ ਸੈਂਟਰਲਾਈਜ਼ ਪਾਰਟੀ ਸੀ ਲੇਕਿਨ ਉਹਨਾਂ ਦੀ ਆਈਡੀਓਲੋਜੀ ਸੈਂਟਰਲਾਈਜ਼ ਨਹੀਂ ਸੀਗੀ, ਉਹ ਡਾਇਵਰਸਿਟੀ 'ਚ ਬਿਲੀਵ ਕਰਦੇ ਸੀ। ਬੀਜੇਪੀ ਦੀ ਪਾਰਟੀ ਹੀ ਆਈਡੀਓਲੋਜੀ ਹੀ ਸੈਂਟਰਲਾਈਜ਼ਡ ਹੈ,
ਸੋ ਇਹ ਲਗਾਤਾਰ ਦੋਵਾਂ ਪਾਰਟੀਆਂ ਦੇ ਵਿੱਚ ਫਰਕ ਹੈ, ਬਾਕੀ ਫਰਕ ਕੋਈ ਨਹੀਂ ਦੋਵਾਂ ਦੇ ਵਿੱਚ। ਸੋ ਇਹ ਤਾਂ ਬੇਸਿਕਲੀ ਪਾਰਟੀ ਹੀ ਸੈਂਟਰਲਾਈਜ਼ਡ ਹੈ ਆਈਡੀਓਲੋਜੀਕਲੀ। ਸੋ ਜਿਹੜੀ ਪਾਰਟੀ ਸੈਂਟਰਲਾਈਜ਼ਡ ਹੈ ਔਰ ਜਿਹੜੇ ਇਹਨਾਂ ਦੇ ਸੀਐਮ ਹੈ ਉਹ ਉਸੇ ਪੈਰਾਮੀਟਰ ਦੇ ਵਿੱਚ ਫੰਕਸ਼ਨ ਕਰਦੇ ਆ, ਬਾਹਰ ਜਾ ਹੀ ਨਹੀਂ ਸਕਦੇ, ਨਾ ਹੀ ਬਾਹਰ ਜਾਣ ਦੀ ਗੱਲ ਕਰਦੇ। ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ, ਜਿਹੜੀ ਫੰਕਸ਼ਨਲ ਆਟੋਨਮੀ ਹੈ ਉਹ ਇਹਨਾਂ ਸਾਰਿਆਂ ਕੋਲੇ ਹੈਗੀ। ਇਸ ਕਰਕੇ ਉਹਨਾਂ ਨੂੰ ਲੜਾਈ ਲੜਨ ਦੀ ਲੋੜ ਨਹੀਂ। ਜਿਹੜੀ ਵਸੁੰਧਰਾ ਰਾਜੇ ਹੈ ਉਹਦੀ ਪ੍ਰੋਬਲਮ ਪਾਵਰ ਸਟਰਗਲ ਹੈ। ਪਾਵਰ ਸਟਰਗਲ ਤੇ ਜਿਹੜਾ ਫੈਡਰਲਿਜ਼ਮ ਹੈ ਇਹ ਵੱਖਰੇ ਇਸ਼ੂ ਹੈ। ਪਾਵਰ ਸਟਰਗਲ ਨਾਰਮਲੀ ਹਰ ਪਾਰਟੀ ਹਰ ਸਟੇਟ ਦੇ ਵਿੱਚ ਚੱਲਦੀ ਹੈ। ਪ੍ਰੋਫੈਸਰ ਖਾਲਿਦ, ਜਿਵੇਂ ਇਹ ਚੱਲ ਰਿਹਾ ਪ੍ਰੋਸੈਸ ਹੈ, ਕੇਜਰੀਵਾਲ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਪਾਰਟੀ ਬਣੀ ਹੈ, ਪਹਿਲਾਂ ਨਰਿੰਦਰ ਮੋਦੀ ਦੇ ਖਿਲਾਫ ਜਾ ਕੇ ਖੜੇ ਹੋਏ ਸੀ ਬਨਾਰਸ ਤੋਂ ਕਿ ਇੱਕੋ ਲੀਡਰ ਟੱਕਰ ਦੇਣ ਵਾਲਾ, ਜਦੋਂ 2014 ਦੀ ਲੋਕ ਸਭਾ ਦੇ ਚੋਣ ਦੇ ਵੇਲੇ, ਕਿ ਇਹ ਦਿਖਾਇਆ ਜਾਏ ਕਿ ਜੇ ਮੋਦੀ ਨਹੀਂ ਤਾਂ ਕੌਣ। ਇਸ ਰੇਸ 'ਚ ਜਿਹੜੀ ਇੱਕ ਇੰਡੀਵਿਜੂਅਲ ਲੀਡਰ ਦੀ ਕੈਪੈਸਿਟੀ ਚੱਕਿਆ ਜਾਂਦਾ, ਜਿਵੇਂ ਇਹਨਾਂ ਨੇ ਪਿਛਲੇ ਦਿਨਾਂ 'ਚ ਸ਼ੁਰੂ ਕੀਤਾ ਸੀ ਮਿਸ਼ਨ ਭਾਰਤ, ਇੱਕ ਚਲਾਇਆ ਸੀ, ਉਹਦੇ 'ਚ ਤਿਰੰਗਾ ਯਾਤਰਾਵਾਂ ਕੱਢੀਆਂ, ਵੱਖ-ਵੱਖ ਤਰੀਕੇ ਦਾ ਹੋਇਆ, ਉਹ ਵੀ ਕਰਾਇਆ, ਮਤਲਬ ਇੱਕ ਪੈਰਲਲ ਚੱਲਿਆ ਸੀ। ਹੁਣ ਇਹ ਲੱਗਦੇ ਨੇ ਕਿ ਉਹ ਦਿੱਲੀ 'ਚ ਫਸ ਕੇ ਰਹਿ ਗਏ। ਜਿਵੇਂ ਬਾਕੀ ਸਾਡੇ ਚੀਫ ਮਿਨਿਸਟਰ ਵੀ ਨਾਲ ਜਾਂਦੇ ਨੇ, ਹਾਲਾਂਕਿ ਜਿੱਥੇ ਵੋਟਾਂ ਪੈਂਦੀਆਂ ਨੇ ਉੱਥੇ ਤਾਂ ਜਾਂਦੇ ਨੇ, ਗੁਜਰਾਤ ਵੀ ਇਕੱਠੇ ਗਏ, ਕਰਨਾਟਕ ਵੀ ਗਏ, ਵੱਖ-ਵੱਖ ਥਾਵਾਂ ਤੇ ਗਏ, ਪਰ ਉੱਥੋਂ ਪਬਲਿਕ ਰਿਸਪੌਂਸ ਉਸ ਲੈਵਲ ਦਾ ਨਹੀਂ ਮਿਲਿਆ ਜਿਸ ਲੈਵਲ ਦਾ ਇਹ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਇੱਕ ਨੈਸ਼ਨਲ, ਭਾਵੇਂ ਟੈਕਨੀਕਲੀ ਨੈਸ਼ਨਲ ਪਾਰਟੀ ਬਣ ਗਈ ਹੈ, ਮਤਲਬ ਉਸ ਪੱਧਰ ਦੇ ਉੱਤੇ, ਪਰ ਇੱਕ ਜਿਹੜਾ ਇੱਕ ਪ੍ਰੈਜ਼ੈਂਸ ਦਿਖਾਈ ਹੁੰਦੀ, ਰੀਅਲ ਪ੍ਰੈਜ਼ੈਂਸ ਦਿਖਾਈ ਦਿੰਦੀ ਹੁੰਦੀ ਆ, ਉਸ ਪੱਧਰ ਦੇ ਉੱਤੇ ਨਹੀਂ। ਤਾਂ ਜਿਹੜਾ ਇਹ ਦਿਖਾਇਆ ਜਾ ਰਿਹਾ, ਇੱਕ ਪਾਸੇ ਮੇਰਾ ਖਿਆਲ ਹੈ ਉਹਨਾਂ ਦਾ ਕਮੈਂਟ, ਗਵਰਨਮੈਂਟ ਆਫ ਇੰਡੀਆ ਦਾ ਜ਼ਿਆਦਾ ਵੱਡਾ ਕਮੈਂਟ ਰਾਹੁਲ ਗਾਂਧੀ ਤੇ ਇਸ ਸਮੇਂ ਵੀ ਹੈ, ਉਹ ਵੱਡਾ ਚੈਲੰਜ ਲੱਗਦਾ ਕੇਜਰੀਵਾਲ ਨਾਲੋਂ ਅਜੇ ਵੀ। ਇਹਦਾ ਮਤਲਬ ਜਾਂ ਕੇਜਰੀਵਾਲ ਨੂੰ ਜਿਹੜਾ ਆਪਣੇ ਵੱਲ ਇਹ ਸਿੱਧਤ ਕਰਵਾ ਰਹੇ ਨੇ ਇੱਕ ਵਰਤਾਂਤ ਕਿ ਮੈਂ ਹੀ ਵੱਡਾ ਲੀਡਰ ਹਾਂ, ਬੀਜੇਪੀ ਨਾਲ ਮੈਂ ਹੀ ਲੜ ਰਿਹਾ। ਅਸਲ ਦੇ ਵਿੱਚ ਇਹ ਜਿਹੜੀ ਆਪਸਦਾਰੀ ਦੀ ਲੜਾਈ ਹੈ, ਇਹਨੂੰ ਕਿਵੇਂ, ਇਹ ਵੀ ਇੱਕ ਕਾਫੀ ਕੰਪਲੈਕਸ ਜਿਹਾ ਸਿਚੁਏਸ਼ਨ ਹੈ। ਦੇਖੋ ਇਦਾਂ ਹੈਗਾ ਕਿ ਇਹਦੇ 'ਚ ਕੋਈ ਆਪਾਂ ਸਭ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਪ੍ਰੈਜ਼ੈਂਸ ਬਹੁਤ ਹੀ ਲਿਮਿਟਿਡ ਏਰੀਆ ਦੇ ਵਿੱਚ ਹੈ ਇੰਡੀਆ ਦੇ ਵਿੱਚ। ਪੂਰਾ ਇੰਡੀਆ ਬਹੁਤ ਵਿਸ਼ਾਲ ਹੈ, ਬਹੁਤ ਵੱਡਾ, ਉਹਦੇ ਵਿੱਚ ਸਾਊਥ ਵੀ ਹੈ, ਉਹਦੇ ਵਿੱਚ ਨਾਰਥ ਈਸਟ ਵੀ ਹੈ, ਉਹਦੇ ਵਿੱਚ ਵੈਸਟਰਨ ਇੰਡੀਆ ਵੀ ਹੈ, ਉਹਦੇ ਵਿੱਚ ਸੈਂਟਰਲ ਇੰਡੀਆ ਵੀ ਹੈ, ਉਹਦੇ ਵਿੱਚ ਨਾਰਥ ਇੰਡੀਆ ਵੀ। ਹਰ ਜਗ੍ਹਾ ਤੁਸੀਂ ਪੈਨ ਇੰਡੀਆ ਆਪਣੀ ਪ੍ਰੈਜ਼ੈਂਸ ਹਜੇ ਨਹੀਂ ਦਿਖਾ ਸਕਦੇ, ਉਹ ਤੋਂ ਤੁਸੀਂ ਕੋਸੋਂ ਦੂਰ ਹੋ, ਬਹੁਤ ਦੂਰ ਹੋ। ਤੋਂ ਜਦ ਤੱਕ ਤੁਹਾਡੀ ਪੈਨ ਇੰਡੀਆ ਪ੍ਰੈਜ਼ੈਂਸ ਨਹੀਂ ਹੁੰਦੀ, ਟੈਕਨੀਕਲੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਗੁਜਰਾਤ ਦੇ ਵਿੱਚ 4 ਸੀਟਾਂ ਆ ਗਈਆਂ ਤਾਂ ਤੁਸੀਂ ਨੈਸ਼ਨਲ ਪਾਰਟੀ ਬਣ ਗਏ। ਇਹ ਦੈਟ ਡਜ਼ ਨਾਟ ਮੀਨ ਕਿ ਤੁਸੀਂ ਆਲ ਇੰਡੀਆ ਲੈਵਲ ਦੀ ਪਾਰਟੀ ਬਣੀ। ਔਰ ਇਸ ਕਰਕੇ ਅਗਰ ਆਪਾਂ ਕਹੀਏ ਕਿ ਲੜਾਈ ਕੇਜਰੀਵਾਲ ਵਰਸਸ ਨਰਿੰਦਰ ਮੋਦੀ ਹੈ, ਕੇਜਰੀਵਾਲ ਉਸ ਚੀਜ਼ ਤੋਂ ਸੈਂਕੜਾ ਕਿਲੋਮੀਟਰ ਦੂਰ ਹੈ। ਮੈਂ ਹੁਣ ਫਿਰ ਦੁਬਾਰਾ ਇਹ ਗੱਲ ਕਹਿ ਰਿਹਾ, ਲੇਕਿਨ ਬੀਜੇਪੀ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਜਾਂ ਨਰਿੰਦਰ ਮੋਦੀ ਨੂੰ ਇਹ ਗੱਲ ਪਤਾ ਹੈ ਵੀ ਸਾਨੂੰ ਕੋਈ ਚੈਲੰਜ ਅਗਰ ਦੇਣ ਵੱਲ ਸਕਦਾ ਹੈ ਤਾਂ ਕਾਂਗਰਸ ਦੇ ਸਕਦੀ ਹੈ ਨੈਸ਼ਨਲ ਲੈਵਲ ਤੇ। ਅਗਰ ਉਹ ਰੀਜਨਲ ਪੋਲੀਟੀਕਲ ਪਾਰਟੀਆਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਬੁਣਿਆ ਜਾਂਦਾ ਹੈ ਇੱਕ ਅਲਾਈਅੰਸ, ਤਾਂ ਉਹ ਸਾਨੂੰ ਇੱਕ ਲੜਾਈ ਦੇ ਸਕਦੇ ਆ। ਲੇਕਿਨ ਕੇਜਰੀਵਾਲ ਐਸ ਸੱਚ ਕੋਈ ਲੜਾਈ ਦੇਣ ਦੇ ਸੂਰਤ ਦੇ ਵਿੱਚ ਨਹੀਂ ਹੈ। ਤੁਸੀਂ ਕਿੰਨਾ ਮਰਜ਼ੀ ਕਹੀ ਚੱਲੋ ਇਹ ਕੇਜਰੀਵਾਲ ਵਰਸਸ ਨਰਿੰਦਰ ਮੋਦੀ ਹੈ। ਹਾਂ, ਦਿੱਲੀ ਨੂੰ ਲੈ ਕੇ ਆਪਾਂ ਹੈ, ਕਿਉਂਕਿ ਦਿੱਲੀ ਨੂੰ ਕਿਸੇ ਵੀ ਸੂਰਤ ਦੇ ਵਿੱਚ ਨਰਿੰਦਰ ਮੋਦੀ ਜਾਂ ਸੈਂਟਰ ਗਵਰਨਮੈਂਟ ਆਪਣੇ ਹੱਥ ਚੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦੀ। ਔਰ ਉੱਥੇ ਕੇਜਰੀਵਾਲ ਜਿਹੜਾ ਹੈਗਾ ਆਪਣੇ ਆਪ ਨੂੰ ਅਸਰਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਥਰੂ ਐਲਜੀ ਜਾਂ ਡਿਫਰੈਂਟ ਤਰੀਕੇ ਦੇ ਨਾਲ ਉਹਨੂੰ ਜਿਹੜਾ ਹੈਗਾ ਨਫੀ ਕਰ ਦਿੰਦੀ ਹੈ ਸੈਂਟਰ ਗਵਰਨਮੈਂਟ। ਜਿਸ ਵੇਲੇ ਵੀ ਤੁਸੀਂ ਕੋਈ ਵੀ ਜਿੰਨੇ ਵੀ ਬੀਜੇਪੀ ਦੇ ਲੀਡਰ ਹੈ, ਸੈਂਟਰ ਦੇ ਲੀਡਰ ਹੈ ਜਾਂ ਸਟੇਟਾਂ ਦੇ ਲੀਡਰ ਹੈ, ਸਰਕਾਰ ਚ ਹੈ ਜਾਂ ਸਰਕਾਰ ਤੋਂ ਬਾਹਰ ਹੈ, ਉਹਨਾਂ ਦੇ ਜ਼ਿਆਦਾਤਰ ਕਮੈਂਟ ਜਿਹੜੇ ਹੈਗੇ ਆ ਉਹ ਹੁੰਦੇ ਆ ਰਾਹੁਲ ਗਾਂਧੀ ਦੇ ਬਾਰੇ। ਹੁਣ ਰਾਹੁਲ ਗਾਂਧੀ ਅਮਰੀਕਾ ਗਿਆ ਤੇ ਸਾਰੀ ਬੀਜੇਪੀ ਦੀ ਲੀਡਰਸ਼ਿਪ ਉਹਦੇ ਮਗਰ ਪਈ ਹੋਈ ਸੀਗੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੋਂ ਹੀ ਚੈਲੰਜ ਆਉਣਾ। ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਦਾ ਚੈਲੰਜ ਬਹੁਤ ਹੀ ਮਾਮੂਲੀ ਹੈ ਔਰ ਬਹੁਤ ਹੀ ਥੋੜੇ ਜਗ੍ਹਾ ਦੇ ਵਿੱਚ ਹੈ। ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਨੈਸ਼ਨਲ ਲੈਵਲ ਤੇ ਕੋਈ ਲੜਾਈ ਕੇਜਰੀਵਾਲ ਵਰਸਸ ਨਰਿੰਦਰ ਮੋਦੀ ਹੋਣ ਵਾਲੀ। ਜਦੋਂ ਵੀ ਕਦੇ ਇਲੈਕਸ਼ਨ ਆਈ, ਪਿਛਲੀਆਂ 2 ਪਾਰਲੀਮੈਂਟ ਇਲੈਕਸ਼ਨ ਮੋਦੀ ਵਰਸਸ ਰਾਹੁਲ ਹੋਏ ਆ, ਮੋਦੀ ਵਰਸਸ ਰਾਹੁਲ ਚ ਨਾਰਮਲੀ ਇੱਕ ਗੱਲ ਡਿਫੀਟ ਕਰ ਜਾਂਦੀ ਹੈ, ਮਤਲਬ ਕਾਂਗਰਸ ਦਾ ਜਿਹੜਾ ਸੈਟਅਪ ਹੈ। ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਉਹਨੇ ਨੈਰੇਟਿਵ ਦੀ ਗੱਲ ਕੀਤੀ ਕਿ ਮੋਦੀ ਵਰਸਸ ਰਾਹੁਲ ਨਹੀਂ, ਚਾਹੇ ਉਹ ਬਾਹਰ ਜਾ ਕੇ ਵੀ ਬੋਲਿਆ ਕਿ ਨਫ਼ਰਤ ਦੇ ਸ਼ੋਰੂਮ ਸਾਹਮਣੇ ਮੁਹੱਬਤ ਦੀ ਦੁਕਾਨ ਦੀ ਗੱਲ ਹੈ, ਕਾਰਪੋਰੇਟ ਮਿੱਤਰਾਂ ਦੇ ਸਾਹਮਣੇ ਇੱਕ ਪੈਰਲਲ ਗਰੀਬ ਜਾਂ ਸਧਾਰਨ ਲੋਕਾਂ ਦੀ ਗੱਲ ਹੈ,
ਇੱਕ ਜਿਹੜਾ ਇਹ ਇੱਕ ਏਜੰਡਾ ਡਿਫਰੈਂਟ ਸਿਰਜਣ ਦਾ ਜਿਹੜਾ ਇੱਕ ਕੁਐਸਚਨ ਹੈ 2024 ਚ ਤੁਹਾਨੂੰ ਲੱਗਦਾ ਕਿ ਪਰਸਨੈਲਿਟੀ ਚ ਡਰਿਵਨ ਹੀ ਹੋਏਗਾ? ਜਿਵੇਂ ਪੰਜਾਬ ਵਾਲੇ ਤਾਂ ਕੋਈ ਕਿਧਰੇ ਨਜ਼ਰ ਮੈਨੂੰ ਨਹੀਂ ਆਉਂਦਾ, ਪੰਜਾਬ ਵਾਲਾ ਸੈਕਸ਼ਨ ਤਾਂ ਕਿਤੇ। ਕੱਲ ਇੱਕ ਅਸੀਂ ਗੱਲ ਕਰ ਰਹੇ ਸੀ ਤੇ ਸੁਖਦੇਵ ਸਿੰਘ ਢੀਂਡਸਾ ਦੀ ਵੀ ਇੱਕ ਬਿਆਨ ਆਇਆ ਸੀਗਾ, ਇੱਕ ਇੰਟਰਵਿਊ ਸੀ, ਉਹ ਕਹਿੰਦੇ ਸੀ ਸਾਨੂੰ ਵੀ ਬੀਜੇਪੀ ਨੇ ਕੁਝ ਨਹੀਂ ਦਿੱਤਾ ਹਜੇ ਤੱਕ, ਤੇ ਉਹਨਾਂ ਦੀ ਨਾਰਾਜ਼ਗੀ ਝਲਕ ਰਹੀ ਸੀ। ਉਹ ਕਹਿੰਦੇ ਵੀ ਜੇ ਅਸੀਂ ਕਮਜ਼ੋਰ ਆ ਟੁੱਟ ਕੇ ਤਾਂ ਕੋਈ ਕੁਝ ਨਹੀਂ ਦਿੰਦਾ, ਸੁਖਬੀਰ ਬਾਦਲ ਹਟ ਜੇ, ਪੰਥ ਇਕੱਠਾ ਹੋ ਜੇ, ਸਾਡਾ ਵਜੂਦ ਬਣੇ ਤਾਂ ਅਸੀਂ ਕੁਝ ਲੈ ਸਕਦੇ ਹਾਂ। ਸਾਡੀਆਂ ਤਾਂ ਟੋਟਲ ਪੰਥਕ ਜਥੇਬੰਦੀਆਂ ਅਜੇ ਕੁਝ ਲੈਣ ਦੇਣ ਤੇ ਨੇ ਵੀ ਜੇ ਅਸੀਂ ਬੀਜੇਪੀ ਤੋਂ ਕੁਝ ਹਿੱਸੇਦਾਰੀ ਦਾ ਮਤਲਬ ਹੈ ਸੀਟਾਂ ਪਲੱਸ ਪਾਵਰ ਸ਼ੇਅਰਿੰਗ। ਤਾਂ ਜਿਹੜਾ ਇੱਕ 24 ਦਾ ਫਿਰ ਬੇਸਿਕ ਏਜੰਡਾ ਓਵਰਆਲ ਹੈ ਕਿ ਕੋਈ ਈਵਨ ਸਾਊਥ ਦੀਆਂ ਕਈ ਸਟੇਟਾਂ ਕਹਿ ਵੀ ਰਹੀਆਂ ਨੇ ਕਿ ਫੈਡਰਲ ਸਟਰਕਚਰ ਇਹਦੇ ਤੇ ਇਕੱਠੇ ਹੋਣਾ ਚਾਹੀਦਾ ਹੈ ਔਰ ਲੀਡਰਸ਼ਿਪ ਬਾਅਦ ਚ ਦੇਖੀ ਜਾਊ, ਪਹਿਲਾਂ ਏਜੰਡਾ ਬਣਾਓ, ਇੱਕ ਮਿਨੀਮਮ ਏਜੰਡਾ। ਜਿਵੇਂ ਈਵਨ ਯੂਪੀਏ ਦੇ 1 ਤੇ ਯੂਪੀਏ 2 ਚ ਵੀ ਇੱਕ ਏਜੰਡਾ ਤਾਂ ਸੀਗਾ ਹੀ ਮਿਨੀਮਮ ਲੈਵਲ ਦਾ ਕਿ ਆਹ ਕਰਾਂਗੇ ਇਸ ਲੈਵਲ ਦੇ ਉੱਤੇ। ਤੁਹਾਨੂੰ 2024 ਦਾ ਸੀਨ ਇਹਨਾਂ ਐਸ ਪ੍ਰੋਸੈਸ ਦੇ ਵਿੱਚ ਕੀ ਨਜ਼ਰ ਆ ਰਿਹਾ? ਪਿਛਲੇ ਦੋਵਾਂ ਇਲੈਕਸ਼ਨਾਂ ਦੇ ਵਿੱਚ ਇਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪਰਸਨਲ ਫਾਈਟ ਹੈ ਨਰਿੰਦਰ ਮੋਦੀ ਵਰਸਸ ਰਾਹੁਲ ਗਾਂਧੀ ਦੀ। ਉਹ ਤੁਸੀਂ ਇਹ ਗੱਲ ਬਿਲਕੁਲ ਠੀਕ ਕੀਤੀ ਹੈ, ਲੇਕਿਨ ਹੁਣ ਥੋੜਾ ਜਿਹਾ ਜਿਹੜਾ ਫਰਕ ਪੈ ਰਿਹਾ ਉਹ ਕਰਨਾਟਕ ਇਲੈਕਸ਼ਨ ਤੋਂ ਬਾਅਦ ਇੱਕ ਨਵਾਂ ਨੈਰੇਟਿਵ ਬਿਲਡ ਹੋਣਾ ਸ਼ੁਰੂ ਹੋ ਗਿਆ ਨੈਸ਼ਨਲ ਲੈਵਲ ਤੇ ਔਰ ਭਾਰਤ ਜੋੜੋ ਯਾਤਰਾ ਤੋਂ ਬਾਅਦ। ਕਾਂਗਰਸ ਨੇ ਪਹਿਲਾਂ ਲਗਾਤਾਰ ਗਲਤੀਆਂ ਕੀਤੀਆਂ ਕਿਉਂਕਿ ਨਰਿੰਦਰ ਮੋਦੀ ਦਾ ਪਰਸੋਨਾ ਇੰਨਾ ਵੱਡਾ ਬਿਲਡ ਕੀਤਾ ਸੀ, ਓਵਰ ਦੀ ਈਅਰ ਬਿਲਡ ਕੀਤਾ, ਸਡਨ ਨਹੀਂ ਸੀ ਹੋਇਆ। ਜਦੋਂ 2002 ਤੋਂ ਬਾਅਦ ਉਹਨਾਂ ਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ, ਉਹ ਮੇਰੇ ਖਿਆਲ ਉਦੋਂ ਹੀ ਉਹਨਾਂ ਨੂੰ ਸ਼ੇਪ ਅਪ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਇਹ ਅੱਗੇ ਕਿਸੇ ਵੇਲੇ PM ਦੇ ਕੈਂਡੀਡੇਟ ਨਰਿੰਦਰ ਮੋਦੀ ਹੋਣ, ਤੇ ਉਹਦੇ ਪਿੱਛੇ ਪੂਰੀ ਕਾਰਪੋਰੇਟ ਇੱਕ ਫੋਰਸ ਉਹਨਾਂ ਦਾ ਜਿਹੜਾ ਸਾਰਾ ਨੈਰੇਟਿਵ ਸੀ ਉਹ ਸ਼ੇਪ ਅਪ ਕਰ ਰਹੀ ਸੀ। ਹੁਣ ਤਾਂ ਸਾਰੀ ਗੱਲ ਸਾਹਮਣੇ ਆ ਚੁੱਕੀ ਹੈ ਵੀ ਕਿਹੜੇ ਕਿਹੜੇ ਕਾਰਪੋਰੇਟ ਹਾਊਸਿਸ ਇਸ ਕੰਮ ਦੇ ਵਿੱਚ ਇਨਵੋਲਵ ਸੀ। ਸੋ ਬਹੁਤ ਵੱਡੀ ਕੰਪੇਨ ਕਈ ਸਾਲ ਤੋਂ ਉਹ ਬਿਲਡ ਕੀਤੀ ਜਾ ਰਹੀ ਸੀ ਉਹਨਾਂ ਵਾਸਤੇ। ਇਸ ਕਰਕੇ ਉਹ ਏਡੇ ਵੱਡੇ ਲੀਡਰ ਐਮਰਜ ਹੋਏ ਸੀਗੇ ਤੇ ਉਹਨਾਂ ਦਾ ਪਰਸਨਲ ਲੈਵਲ ਤੇ ਉਸ ਵੇਲੇ ਲੀਡਰ ਵਰਸੇ ਲੀਡਰ ਮੁਕਾਬਲਾ ਕਰਨਾ ਪਹਿਲੀ ਗੱਲ ਤਾਂ ਔਖਾ ਸੀ। ਦੂਸਰਾ, ਕਾਂਗਰਸ ਨੇ ਗਲਤੀਆਂ ਬੜੀਆਂ ਕੀਤੀਆਂ, ਉਹ ਪਰਸਨਲ ਅਟੈਕ ਬੜੇ ਘਟੀਆ ਲੈਵਲ ਤੇ ਨਰਿੰਦਰ ਮੋਦੀ ਦੇ ਖਿਲਾਫ ਕਰਦੇ ਰਹੇ, ਜਿਹੜਾ ਉਹਨਾਂ ਨੂੰ ਬਹੁਤ ਰਾਸ ਆਇਆ। ਇਹ ਮੈਨੂੰ ਲੱਗਦਾ ਕਿ ਹੌਲੀ ਹੌਲੀ ਹੁਣ ਕਾਂਗਰਸ ਨੂੰ ਸਮਝ ਆ ਗਈ ਕਿ ਇਹਨਾਂ ਤੇ ਤੁਸੀਂ ਕੋਈ ਪਰਸਨਲ ਅਟੈਕ ਨਹੀਂ ਕਰ ਸਕਦੇ, ਨਾ ਹੀ ਇਹਨਾਂ ਨੇ ਠਹਿਰਦਾ ਇੰਨਾ ਕੁਛ ਹੋਣ ਤੋਂ ਬਾਅਦ ਵੀ। ਸੋ ਉਹਨਾਂ ਨੇ ਆਪਣਾ ਨਵਾਂ ਰੂਪ ਕਾਂਗਰਸ ਨੇ ਲਿਆਂਦਾ ਅੱਗੇ, ਜਿਹੜਾ ਬੇਸਿਕਲੀ ਆਈਡੀਓਲੋਜੀਕਲ ਹੈ। ਹੁਣ ਉਹ ਲੜਾਈ ਸਿਧਾਂਤਕ ਬਿਲਡ ਕਰ ਰਹੇ ਹੈ। ਸਿਧਾਂਤ ਡਾਈਵਰਸਿਟੀ ਵਰਸਸ ਤੁਹਾਡੇ ਯੂਨਿਟੀ। ਸਿੰਪਲ, ਇਹ ਹਿੰਦੁਸਤਾਨ ਡਾਈਵਰਸ ਮੁਲਕ ਹੈ। ਜਦ ਤੱਕ ਤੁਸੀਂ ਸਾਰੇ ਡਾਈਵਰਸਿਟੀ ਦੀ ਇੱਜ਼ਤ ਨਹੀਂ ਕਰਦੇ ਤੇ ਬੀਜੇਪੀ ਤਾਂ ਉੱਪਰਲੀ ਸੈਕਟੇਰੀਅਨ ਹੈ। ਸੋ ਇਹ ਲੜਾਈ ਬੜੀ ਹੁਣ ਨਵੇਂ ਰੂਪ ਰੇਖਾ ਲੈ ਰਹੀ ਹੈ ਤੇ ਇਹਦੇ ਵਿੱਚ ਹੁਣ ਰਾਹੁਲ ਗਾਂਧੀ ਖੁਦ ਇੱਕ ਨਵੇਂ ਰੂਪ ਦੇ ਵਿੱਚ ਐਮਰਜ ਹੋ ਰਹੇ ਹੈ, ਜਿੱਥੋਂ ਉਹ ਪ੍ਰਭਾਵ ਦੇ ਰਹੇ ਹੈ ਕਿ ਉਹ ਇੱਕ ਹੁਣ ਸੀਰੀਅਸ ਲੀਡਰ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਆਪਣੀ ਪੋਜੀਸ਼ਨ ਕੀ ਹੈ ਤੇ ਲੜਾਈ ਕਿਹੜਾ ਇਸ਼ੂ ਤੇ ਲੜੀ ਜਾਣੀ ਹੈ। ਸੋ ਜਿਹੜੀ 24 ਦੀ ਇਲੈਕਸ਼ਨ ਹੈ ਉਹ ਨਰਿੰਦਰ ਮੋਦੀ ਵਰਸੇ ਰਾਹੁਲ ਗਾਂਧੀ ਨਹੀਂ ਹੈ, ਇਸ਼ੂ ਬੇਸਡ ਹੈ। ਔਰ ਜਦੋਂ ਇਸ਼ੂ ਬੇਸਡ ਲੜਾਈ ਲੜੀ ਜਾਏਗੀ ਉਹਦੇ ਵਿੱਚ ਕਾਂਗਰਸ ਬੀਜੇਪੀ ਨੂੰ ਲੜਾਈ ਦੇਣ ਦੇ ਕਾਬਲ ਹੋ ਸਕਦੀ ਹੈ। ਮੈਂ ਨਹੀਂ ਕਹਿੰਦਾ ਜਿੱਤ ਸਕਦੀ ਹੈ, ਲੇਕਿਨ ਲੜਾਈ ਲੜੀ ਜਾ ਸਕਦੀ ਹੈ ਜਦੋਂ ਲੜਾਈ ਸਿਧਾਂਤਕ ਬਣ ਜਾਏ ਰੂਪ ਰੇਖਾ ਔਰ ਬਾਕੀ ਪਾਰਟੀਆਂ ਉਸ ਸਿਧਾਂਤਕ ਰੂਪ ਰੇਖਾ ਦੇ ਵਿੱਚ ਨਾਲ ਸਾਥ ਦੇਣ। ਜਿਹੜੀ ਗੱਲ ਤੁਸੀਂ ਪੰਜਾਬ ਦੀ ਕੀਤੀ ਹੈ ਤੇ ਢੀਂਡਸਾ ਜੀ ਦੀ ਐਗਜ਼ਾਮਪਲ ਦਿੱਤੀ ਹੈ, ਉਹ ਜਦੋਂ ਦੇ ਅਲੱਗ ਹੋਏ ਹੈ ਮੈਨੂੰ ਤਾਂ ਉਹਨਾਂ ਨੂੰ ਕੋਈ ਐਕਟੀਵਿਟੀ ਨਜ਼ਰ ਹੀ ਨਹੀਂ ਆਈ। ਸੋ ਗੱਲ ਨਵੀਂ ਪਾਰਟੀ ਤੇ ਇਹੀ ਮੇਰੇ ਖਿਆਲ 'ਚ ਜਿਹੜੇ ਸੁਖਬੀਰ ਬਾਦਲ ਦੀ ਸਟਰੈਂਥ ਵੀ ਇਹੀ ਗੱਲ ਹੈ ਕਿ ਇਹ ਲੋਕ ਜਿਹੜੇ ਅਲੱਗ ਹੁੰਦੇ ਹੈ ਉਸ ਤੋਂ ਬਾਅਦ ਘਰ ਬੈਠ ਜਾਂਦੇ ਹੈ। ਇਹਨਾਂ ਦੇ ਨਾ ਕੋਈ ਸਿਧਾਂਤ, ਨਾ ਕੋਈ ਪਾਰਟੀ ਦਾ ਪ੍ਰੋਗਰਾਮ, ਨਾ ਕੋਈ ਐਕਟੀਵਿਟੀ। ਜਦੋਂ ਦੇ ਅਲੱਗ ਹੋਏ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਈ। ਰਾਦਰ ਇਸ਼ੂਸ ਤੇ ਜਿਹੜੇ ਕ੍ਰਿਟੀਕਲ ਇਸ਼ੂਸ ਹੈ ਉਹਨਾਂ ਦੇ ਕਦੇ ਕੋਈ ਸਟੇਟਮੈਂਟ ਵੀ ਨਹੀਂ, ਡਰਾਈ ਰੂਮ ਸਟੇਟਮੈਂਟ ਹੀ ਘੱਟੋ ਘੱਟ ਹੋ ਜਾਏ, ਉਹ ਵੀ ਮਿਸਿੰਗ ਹੈ। ਇਸ ਕਰਕੇ ਦੂਜੇ ਨੂੰ ਬਲੇਮ ਕਰਨਾ ਕਿ ਅਸੀਂ ਵੀਕ ਹੈ, ਸੁਖਬੀਰ ਬਾਦਲ ਅਲੱਗ ਹੋ ਜਾਏ, ਉਹ ਵੀ ਕਿਉਂ ਅਲੱਗ ਹੋ ਜਾਏ? ਤੁਸੀਂ ਅਲੱਗ ਹੋ ਕੇ ਦੇਖ ਲਿਆ, ਤੁਸੀਂ ਇਸ ਕਾਬਲ ਨਹੀਂ ਕਿ ਜਾਂ ਵਿੱਚ ਰਹਿ ਕੇ ਇਹ ਲੜਾਈ ਲੜਦੇ ਕਿ ਪਾਰਟੀ ਪ੍ਰਧਾਨ ਬਦਲੋ ਤਾਂ ਕਿ ਪਾਰਟੀ ਰੋਈ ਹੋਵੇ। ਆਪਾਂ ਸਭ ਨੂੰ ਪਤਾ ਹੈ ਕਿ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਆਪਣੇ ਅਕਾਲੀ ਦਲ ਦਾ ਰਿਵਾਈਵ ਹੋਣਾ
ਕੋਈ ਇੰਨਾ ਸੌਖਾ ਨਹੀਂ। ਸਾਰੇ ਐਗਰੀ ਕਰਦੇ ਆ, ਤੁਸੀਂ ਕਿਸੇ ਅਕਾਲੀ ਨਾਲ ਵੀ ਗੱਲ ਕਰ ਲਓ, ਲੀਡਰ ਨਾਲ, ਸੀਨੀਅਰ ਨਾਲ, ਉਹ ਸਾਰੇ ਮੰਨਦੇ ਆ ਕਿ ਗਿਵਨ ਸਿਚੁਏਸ਼ਨ ਦੇ ਵਿੱਚ ਇਹ ਪਾਰਟੀ ਛੇਤੀ ਕਿਤੇ ਰਿਵਾਈਵ ਨਹੀਂ ਹੋ ਸਕਦੀ। ਲੇਕਿਨ ਨਾਲ ਇਹ ਵੀ ਗੱਲ ਹੈ ਕਿ ਪੰਜਾਬ ਨੂੰ ਇੱਕ ਤਕੜੇ ਅਕਾਲੀ ਦਲ ਦੀ ਬਹੁਤ ਲੋੜ ਹੈ। ਇਹ ਬਰਾਡਰ ਜਿਹੜੀ ਸਟੇਬਿਲਿਟੀ ਹੈ ਪੰਜਾਬ ਦੀ ਪੋਲਿਟਿਕਸ ਦੀ, ਉਹਦੇ ਵਾਸਤੇ ਇਸ ਪਾਰਟੀ ਦੀ ਲੋੜ ਹੈ। ਇਹ ਸਧਾਰਨ ਰੀਜਨਲ ਪਾਰਟੀ ਨਹੀਂ ਹੈ, ਇਹ ਸਿਧਾਂਤਕ ਪਾਰਟੀ ਹੈ। ਇਹਦਾ ਬਹੁਤ ਵੱਡਾ ਰੋਲ ਹੈ ਪੰਜਾਬ ਦੀ ਸਿਆਸਤ ਨੂੰ ਸਟੇਬਲਾਈਜ਼ ਕਰਨ ਦੇ ਵਿੱਚ, ਪਾਵਰ ਹੋਵੇ ਜਾਂ ਨਾ ਹੋਵੇ। ਮੈਂ ਇਹ ਗੱਲ ਹਮੇਸ਼ਾ ਲੈ ਕੇ ਚੱਲਦਾ ਹੁੰਦਾ। ਅਕਾਲੀ ਦਲ ਦਾ ਪਾਵਰ ਹੋਣਾ ਜ਼ਰੂਰੀ ਨਹੀਂ, ਲੇਕਿਨ ਇੱਕ ਤਕੜਾ ਅਕਾਲੀ ਦਲ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ। ਇਹ ਦੋ ਗੱਲਾਂ ਧਿਆਨ ਰੱਖਣੀ ਚਾਹੀਦੀਆਂ। ਸੋ ਅਕਾਲੀ ਦਲ ਨੂੰ ਤਕੜਾ ਕਿਵੇਂ ਕਰਨਾ ਵੱਖਰਾ ਇਸ਼ੂ ਹੈ। ਅਕਾਲੀ ਦਲ ਨੇ ਲੜਾਈ ਆਪਣੀ ਇਲੈਕਟੋਰਲ ਕਿਵੇਂ ਲੜਨੀ ਹੈ ਉਹ ਵੱਖਰਾ ਇਸ਼ੂ ਹੈ। ਆਪਣੇ ਢੀਂਡਸਾ ਜੀ ਸਿਰਫ ਇਲੈਕਸ਼ਨ ਲੜਨ ਦੀ ਗੱਲ ਕਰਦੇ, ਸਿਧਾਂਤਕ ਲੜਾਈ ਦੀ ਗੱਲ ਨਹੀਂ ਕਰਦੇ। ਆਪਾਂ ਦੂਸਰੇ ਥੋੜਾ ਜਿਹਾ ਇਸ਼ੂ ਵੀ ਟੱਚ ਕਰ ਲਈਏ ਪ੍ਰੋਫੈਸਰ ਖਾਲਿਦ। ਜਿਵੇਂ ਪੰਜਾਬ ਦੇ ਵਿੱਚ ਨਾ ਇੱਕ ਹੁਣ ਮਾਹੌਲ ਜਿਹਾ ਬਣ ਗਿਆ, ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ, ਚੀਫ ਮਿਨਿਸਟਰ ਭਗਵੰਤ ਮਾਨ ਵੀ ਬਾਰ-ਬਾਰ ਤੁਸੀਂ ਕਹਿੰਦੇ ਸੁਣੇ ਨੇ, ਕੱਲ ਵੀ ਇਹਨਾਂ ਨੇ ਇਹੀ ਗੱਲ ਕਹੀ ਵੀ ਪਹਿਲੇ ਜਿੰਨੇ ਵੀ ਵਿੱਤ ਮੰਤਰੀ ਤੁਸੀਂ ਦੇਖੇ ਨੇ ਕਹੀ ਜਾਂਦਾ ਸੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਅਸੀਂ ਕਦੇ ਕਿਹਾ ਖਜ਼ਾਨਾ ਖਾਲੀ ਹੈ? ਖਜ਼ਾਨੇ ਦੀ ਤਾਂ ਕੋਈ ਗੱਲ ਨਹੀਂ। ਤੁਹਾਨੂੰ ਬਿਜਲੀ ਵੀ ਪੂਰੀ ਮਿਲੂਗੀ, ਤੁਹਾਨੂੰ ਗਰੰਟੀਆਂ ਪੂਰੀਆਂ ਦੇਵਾਂਗੇ, ਤੁਹਾਡਾ ਸਾਰਾ ਕੁਝ ਹੋਏਗਾ। ਪਰ ਚੁਪਕੇ 2 ਵਾਰ ਡੀਜ਼ਲ ਤੇ ਪੈਟਰੋਲ ਤੇ ਸੈਸ ਵੀ ਲਾਤਾ, ਤੇ ਡੀਜ਼ਲ ਤੇ ਪੈਟਰੋਲ ਤੇ ਸੈਸ ਵਾਲਾ ਜਿਹੜੇ ਪੈਟਰੋਲੀਅਮ ਡੀਲਰ ਨੇ ਬਾਕੀ ਵੀ ਚੀਕਦੇ ਨੇ ਵੀ ਨੇੜਲੇ ਰਾਜਾਂ ਦੇ ਵਿੱਚ ਸਸਤਾ ਹੋ ਜਾਂਦਾ ਹੈ ਤੇ ਲੋਕ ਉੱਥੋਂ ਪਵਾਉਣਾ ਸ਼ੁਰੂ ਕਰ ਦਿੰਦੇ ਨੇ, ਚੰਡੀਗੜ੍ਹ ਪਵਾ ਕੇ ਲੈ ਜਾਂਦੇ ਨੇ ਵੱਖ-ਵੱਖ। ਤੇ ਜੇ ਖਜ਼ਾਨੇ 'ਚ ਕੋਈ ਪ੍ਰੋਬਲਮ ਨਹੀਂ ਹੈ ਤੇ ਬਜਟ ਦੇ ਵਿੱਚ ਤਾਂ ਅੱਜ ਕੱਲ੍ਹ ਰਿਵਾਜ ਨਹੀਂ ਰਿਹਾ, ਕੋਈ ਟੈਕਸ ਹੀ ਨਹੀਂ ਲਾਉਂਦੇ ਆਪਾਂ ਲੋਕਾਂ ਨੂੰ। ਮੇਰਾ ਖਿਆਲ ਆਈ ਕਹਿੰਦੇ ਕਿਸੇ ਨੇ ਵੀ ਨਹੀਂ ਲਾਇਆ। GST ਇਹਨਾਂ ਦੇ ਹੱਥ 'ਚ ਨਹੀਂ, ਇਹਨਾਂ ਦੇ ਹੱਥ 'ਚ ਇਕੱਲਾ ਇਹੀ ਹੈ ਨਾ ਸ਼ਰਾਬ ਵਾਲੀ ਪਾਲਿਸੀ ਆਬਕਾਰੀ ਤੇ, ਜਾਂ ਫਿਰ ਆ ਪੈਟਰੋਲ ਡੀਜ਼ਲ ਜਿਹੜਾ ਵੀ ਹੈ ਉਹ ਤੇ ਤੁਸੀਂ ਲਾਉਣਾ ਸ਼ੁਰੂ ਕਰ ਦਿੱਤਾ। ਇਹਨੂੰ ਤੁਸੀਂ ਕਿਵੇਂ ਦੇਖੋਗੇ? ਉਹਨਾਂ ਨੇ ਦੱਸਿਆ ਵੀ ਨਹੀਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਰਿਵਾਜ ਵੀ ਪੈ ਗਿਆ। ਜਿਵੇਂ ਪਹਿਲਾਂ ਸੀਗਾ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਉਦੋਂ ਦੱਸਿਆ ਕਿ ਅਕਾਲੀ ਦਲ ਦੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਲਿਖਤੀ ਸੀ, NOC ਦੇਤੀ ਸੈਂਟਰਲ ਯੂਨੀਵਰਸਿਟੀ ਬਣਾਉਣ ਨੂੰ, ਪਰ ਨਾਲ ਇਹ ਨਹੀਂ ਦੱਸਿਆ ਕਿ ਉਹ ਵਿਡਰਾ ਵੀ ਕਰ ਲਈ ਸੀ, ਹੈ ਨਾ। ਅਸੀਂ ਉਹ ਚੀਜ਼ ਨਹੀਂ ਨਾਲ ਦੱਸਦੇ। ਐਵੇਂ ਉਹ ਪਲੇਅਰ ਦੇ ਮਾਮਲੇ 'ਚ ਗੱਲ ਕੀਤੀ ਸੀ, ਪਲੇਅਰ ਦੇ ਮਾਮਲੇ 'ਚ ਇਹ ਦੱਸਤਾ ਸੀ ਕਿ ਉਹ ਗਿਆ ਸੀ ਉੱਥੇ ਨਾਲ ਇਹ ਨਹੀਂ ਦੱਸਿਆ ਵੀ ਹਾਈ ਕੋਰਟ ਵੀ ਹੋ ਕੇ ਆ ਗਿਆ, ਫਿਰ ਵੀ ਕੁਝ ਨਹੀਂ ਬਣਿਆ। ਜਿਹੜੀਆਂ ਅਧੂਰੀ ਇਨਫੋਰਮੇਸ਼ਨ ਦਾ ਕੁਐਸਚਨ ਹੈ ਅਸਲ ਦੇ ਵਿੱਚ, ਤੇ ਟੈਕਸ ਦਾ, ਇਕਨੋਮੀ ਦਾ ਜਿਹੜਾ ਸਵਾਲ ਹੈ ਪੰਜਾਬ ਦਾ, ਇਹਨੂੰ ਕਿਵੇਂ ਦੇਖਣਾ ਚਾਹੀਦਾ? ਮਤਲਬ ਪੰਜਾਬ ਦੇ ਲੋਕਾਂ ਨਾਲ ਕੀ ਹੋ ਰਿਹਾ? ਹਮੀਰ ਸਿੰਘ ਜੀ, ਜਿਹੜਾ ਅੱਧਾ ਸੱਚ ਬੋਲਿਆ ਜਾਂਦਾ ਹੈ ਨਾ, ਉਹ ਅੱਧਾ ਸੱਚ ਹਮੇਸ਼ਾ ਹੀ ਅਗਰ ਕਿਸੇ ਬਹੁਤ ਰਿਸਪੌਂਸਿਬਲ ਬੰਦੇ ਵੱਲੋਂ ਆਉਂਦਾ ਹੈ ਤਾਂ ਉਹ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਜਾਂ ਵੈਕਿਊਮ ਪੈਦਾ ਕਰਦਾ ਹੈ ਇਨਫੋਰਮੇਸ਼ਨ ਦਾ। ਤੁਹਾਨੇ 2-3 ਚੀਜ਼ਾਂ ਫਲੈਗ ਆਊਟ ਕੀਤੀਆਂ। ਪਹਿਲੀ ਚੀਜ਼ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਜਾਂ ਚੀਫ ਮਿਨਿਸਟਰ ਜਾਂ ਫਾਈਨਾਂਸ ਮਿਨਿਸਟਰ ਕਿੰਨਾ ਮਰਜ਼ੀ ਕਹੀ ਚੱਲੇ, ਇਹ ਜੱਗ ਜ਼ਾਹਿਰ ਹੈ ਕਿ ਸਾਡੇ ਉੱਪਰ ਬਹੁਤ ਵੱਡਾ ਕਰਜ਼ਾ ਖੜਾ ਹੈ। ਇਹ ਵੀ ਜੱਗ ਜ਼ਾਹਿਰ ਹੈ ਕਿ ਸਾਡੇ ਰੈਵਨਿਊ ਦਾ ਅੱਛਾ ਖਾਸਾ ਹਿੱਸਾ ਡੈਟ ਦੀ ਸਰਵਿਸਿੰਗ ਵਾਸਤੇ ਜਾਂਦਾ ਹੈ, ਉਹਨੂੰ ਕੋਈ ਨਹੀਂ ਡਿਨਾਈ ਕਰ ਸਕਦਾ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜੇ ਤੁਸੀਂ ਟੈਕਸ ਨਹੀਂ ਲਾਉਂਦੇ, ਪੈਸਾ ਕੋਈ ਅਸਮਾਨ ਤੋਂ ਤਾਂ ਗਿਰਦਾ ਨਹੀਂ ਹੈ। ਆਫਟਰ ਆਲ ਤੁਸੀਂ ਜਨਰੇਟ ਕਰਨਾ, ਉਹ ਜਨਰੇਟ 2 ਤਰੀਕੇ ਦੇ ਨਾਲ ਹੋਏਗਾ, ਜਾਂ ਤੁਹਾਡਾ ਰੈਵਨਿਊ ਵਧੇਗਾ ਜਾਂ ਤੁਸੀਂ ਕਰਜ਼ਾ ਲਾਓਗੇ। ਇਹ ਵੀ ਤਾਂ ਦੱਸੋ ਨਾ ਵੀ ਅਸੀਂ ਉਸ ਵੇਲੇ ਤੋਂ ਕਰਜ਼ਾ ਕਿੰਨਾ ਲੈ ਚੁੱਕੇ ਹਾਂ। ਅਗਰ ਤੁਹਾਡਾ ਖਜ਼ਾਨਾ ਖਾਲੀ ਨਹੀਂ ਹੈ ਤਾਂ ਫਿਰ ਵਾਅਦੇ ਪੂਰੇ ਕਰੋ। ਜਿਹੜਾ ਤੁਸੀਂ 1000 ਰੁਪਇਆ ਬੀਬੀਆਂ ਵਾਸਤੇ ਕਿਹਾ ਸੀਗਾ ਉਹ ਕਿੱਥੇ ਪਿਆ? ਤੁਸੀਂ ਕਰ ਸਕਦੇ ਹੋ? ਅਗਰ ਕਰ ਸਕਦੇ ਹੋ ਤਾਂ ਕਦ ਤੱਕ ਕਰ ਸਕਦੇ ਹੋ? 1 ਮਹੀਨਾ ਦੇ ਕੇ ਬੰਦ ਕਰ ਜਾਓਗੇ ਜਾਂ 4 ਮਹੀਨੇ ਦੇ ਕੇ ਬੰਦ ਕਰੋਗੇ? ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਸ ਵੇਲੇ ਤੁਸੀਂ ਬਜਟ ਪੇਸ਼ ਕਰਦੇ ਹੋ ਉਹਦੇ ਵਿੱਚ ਅੰਕੜਿਆਂ ਦਾ ਖੇਲ ਕਿਉਂ ਖੇਡਦੇ? ਤੁਸੀਂ ਇੱਕ ਲੌਂਗ ਟਰਮ ਵਿਜ਼ਨ ਦੱਸੋ ਨਾ। ਤੁਸੀਂ ਕਹਿ ਰਹੇ ਸੀਗੇ ਜੀ ਕਿ ਜਿਸ ਵੇਲੇ ਅਸੀਂ ਪਾਵਰ 'ਚ ਆ ਜਾਾਂਗੇ ਤਾਂ ਕਰਜ਼ਾ ਮੋੜਨ ਦਾ ਸਾਡੇ ਕੋਲ ਬੜਾ ਤਰੀਕੇ ਹੈਗੇ ਆ, ਤੇ ਸਾਡੇ ਕੋਲ ਇਹ ਵੀ ਤਰੀਕਾ ਹੈਗਾ ਕਿ ਮਾਈਨਿੰਗ ਦੇ ਵਿੱਚੋਂ ਕਿੰਨਾ ਪੈਸਾ ਬਚ ਜੂਗਾ, ਫਲਾਣੇ ਚੀਜ਼ ਚੋਂ ਕਿੰਨਾ ਪੈਸਾ ਬਚ ਜੂਗਾ, ਉਹ ਸਾਰਾ ਪੈਸਾ ਜਿਹੜਾ ਹੈਗਾ ਅਸੀਂ ਮੋੜਨਾ ਸ਼ੁਰੂ ਕਰ ਦਾਂਗੇ। ਕਰਜ਼ਾ ਤਾਂ ਵੱਧਦਾ ਜਾ ਰਿਹਾ। ਇਹ ਚੀਜ਼ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਇਸੇ ਤਰੀਕੇ ਦੇ ਨਾਲ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਤੁਸੀਂ ਗੱਲ ਕੀਤੀ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਲਿਖੀ ਸੀ, ਚਿੱਠੀ ਵਾਪਸ ਹੋ ਗਈ ਸੀ, ਵਿਦਨ ਡੇਜ਼ ਵਾਪਸ ਹੋ ਗਈ, ਮੇਰੇ ਖਿਆਲ ਦੂਜੇ ਜਾਂ ਤੀਜੇ ਦਿਨ ਵਾਪਸ ਹੋ ਗਈ ਸੀ, ਅੰਡਰ ਵਟਐਵਰ ਪ੍ਰੈਸ਼ਰ, ਕੋਈ ਵੀ ਪ੍ਰੈਸ਼ਰ ਪਾਇਆ ਸੀਗਾ। ਲੇਕਿਨ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਗਵਰਨਰ ਦੀ ਸੱਦੀ ਹੋਈ ਮੀਟਿੰਗ ਦੇ ਵਿੱਚ ਕਿਉਂ ਜਾ ਰਹੇ ਹੋ? ਕਿਆ ਗਵਰਨਰ ਕੋਲ ਕਿਹੜੀ ਪਾਵਰ ਹੈ ਮੀਟਿੰਗ ਕਾਲ ਕਰਨ ਦੀ ਦੋਨਾਂ ਚੀਫ ਮਿਨਿਸਟਰਾਂ ਦੀ? ਉਹ ਨਾ ਪੰਜਾਬ ਯੂਨੀਵਰਸਿਟੀ ਦਾ ਚਾਂਸਲਰ ਹੈ, ਨਾ ਹਰਿਆਣਾ ਦੀ ਕਿਸੇ ਯੂਨੀਵਰਸਿਟੀ ਦਾ ਚਾਂਸਲਰ ਹੈ।
ਨਾ ਤੁਸੀਂ ਕਿਸ ਵਾਸਤੇ ਜਾ ਰਹੇ ਹੋ ਉੱਥੇ? ਫਿਰ ਤੁਸੀਂ ਕਹਿੰਦੇ ਹੋ ਜੀ ਮੀਟਿੰਗ ਅਟੈਂਡ ਕਰਨ 'ਚ ਕੀ ਹਰਜ ਹੈ? ਤੁਸੀਂ ਉਹ ਕਹਿੰਦੇ ਆ ਹਰਿਆਣਾ ਜਿਹੜਾ ਹੈਗਾ, ਹਰਿਆਣੇ ਦੇ ਕਾਲਜ ਅਸੀਂ ਪੰਜਾਬ ਨਾਲ ਐਫੀਲੀਏਟ ਕਰਨਾ ਚਾਹੁੰਦੇ ਹਾਂ, ਔਰ ਪੰਜਾਬ ਦਾ ਗਵਰਨਰ ਬਜਾਏ ਇਸ ਦੇ ਕਿ ਪੰਜਾਬ ਦਾ ਪੱਖ ਪੂਰੇ, ਉਹ ਹਰਿਆਣੇ ਵਾਲਿਆਂ ਦੇ ਨਾਲ ਖੜਾ ਨਜ਼ਰ ਆ ਰਿਹਾ। ਉੱਥੇ ਤੁਸੀਂ ਮੀਟਿੰਗ ਅਟੈਂਡ ਕਰ ਰਹੇ ਹੋ, ਤੁਸੀਂ ਪ੍ਰੋਟੈਸਟ ਕਰਕੇ ਬਾਹਰ ਕਿਉਂ ਨਹੀਂ ਆ ਰਹੇ? ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਪਬਲਿਕ ਡੋਮੇਨ ਦੇ ਵਿੱਚ, ਮਤਲਬ ਜਿਹਨੂੰ ਕਹਿੰਦੇ ਕੰਮ ਕਲੀਨ, ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ, ਲੇਕਿਨ ਇਹ ਨਹੀਂ ਹੈ। ਤੁਸੀਂ ਉਹੀ, ਤੁਹਾਡੀ ਗੱਲ ਸਹੀ ਹੈ ਕਿ ਹਾਫ ਟਰੂਥ ਬੋਲ ਕੇ ਤੁਸੀਂ ਅੱਗੇ ਨਿਕਲ ਜਾਓ, ਉਸ ਤੋਂ ਬਾਅਦ ਤੁਸੀਂ ਲੋਕ ਸੋਚਦੇ ਰਹਿ ਜਾਣ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਪਬਲਿਕ ਡੋਮੇਨ 'ਚ ਡਿਸਕਸ ਹੋਣੀਆਂ ਚਾਹੀਦੀਆਂ। ਪੰਜਾਬ ਯੂਨੀਵਰਸਿਟੀ ਦਾ ਮਸਲਾ ਤੁਸੀਂ ਵੀ ਡਿਸਕਸ ਕੀਤਾ ਹੈ, ਮੈਂ ਵੀ 2-3 ਵਾਰ ਇਸ ਚੀਜ਼ ਦੇ ਉੱਪਰ ਕਾਫੀ ਡਿਸਕਸ ਕੀਤਾ ਹੈ। ਇਹ ਤਾਂ ਸਾਨੂੰ ਬੈਠ ਕੇ ਇਹਦੇ ਉੱਪਰ ਸੈਮੀਨਾਰ ਕਰਨੇ ਚਾਹੀਦੇ ਆ, ਔਰ ਜਗ੍ਹਾ ਜਗ੍ਹਾ ਇਹ ਗੱਲ ਜਾਣਨੀ ਚਾਹੀਦੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਨਾਲ ਹੋ ਕੀ ਰਿਹਾ। ਸਰਦਾਰ ਜਗਤਾਰ ਸਿੰਘ ਜੀ, ਇਕਨੋਮੀ ਦਾ ਕਾਫੀ ਵੱਡਾ ਮਾਮਲਾ ਹੈ ਪੰਜਾਬ ਦਾ, ਬੜੇ ਲੰਮੇ ਸਮੇਂ ਤੋਂ ਹੀ ਹੈ। ਐਡਾ ਹਲਕਾ ਨਹੀਂ ਜਿਵੇਂ ਸਾਡੇ ਕਦੇ ਫਾਈਨਾਂਸ ਮਿਨਿਸਟਰ ਬਿਆਨ ਦੇ ਦਿੰਦਾ ਹੈ, ਕਦੇ ਕੋਈ ਵੀ ਨਹੀਂ ਪ੍ਰੋਬਲਮ ਹੈ, ਕੋਈ ਨਹੀਂ ਹੈ। ਅੱਖਾਂ ਮੀਚ ਕੇ ਤਾਂ ਕੰਮ ਨਹੀਂ ਚੱਲਣਾ ਨਾ। ਤਾਂ ਡਾਕੂਮੈਂਟ, ਬਜਟ ਡਾਕੂਮੈਂਟ ਕਹਿੰਦੇ ਨੇ ਕਿ ਅਗਲੇ ਮਾਰਚ ਤੱਕ ਅਸੀਂ 3,27,000 ਕਰੋੜ ਤੱਕ ਕਰਜ਼ਾ ਪਹੁੰਚ ਜਾਣਾ ਹੈ। 20,000 ਕਰੋੜ ਰੁਪਏ ਦੀ ਉਹਦੀ ਕੇਵਲ ਕਿਸ਼ਤ ਜਾਂਦੀ ਹੈ, ਮਤਲਬ ਸਾਡੀ ਡੈਟ ਦੀ, ਤੇ ਉਹ ਰੈਵਨਿਊ ਦਾ ਬਹੁਤ ਬੜਾ ਹਿੱਸਾ ਹੈ ਉਹ ਸਾਰਾ ਹੀ। ਤੇ ਬਾਕੀ ਦੀਆਂ ਚੀਜ਼ਾਂ ਸਾਡੇ ਕੋਲ ਜਿਹੜੀ ਕੈਪੀਟਲ ਇਨਵੈਸਟਮੈਂਟ ਰਹਿੰਦੀਆਂ ਹੀ ਨਹੀਂ। ਇਹ ਖੈਰ ਵੱਡਾ ਇਸ਼ੂ ਹੈ ਓਵਰਆਲ ਡਿਸਕਸ ਕਰਨ ਦਾ। ਪਰ ਜਦੋਂ ਚੀਫ ਮਿਨਿਸਟਰ ਇਹ ਕਹਿੰਦੇ ਨੇ ਤੇ ਨਾਲ ਟੈਕਸ ਵੀ ਲਾ ਦਿੰਦੇ ਨੇ, ਦੋ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ, ਤਾਂ ਇਹਨੂੰ ਕਿਵੇਂ ਪ੍ਰਭਾਵਿਤ ਕੀਤਾ ਜਾ ਸਕਦਾ? ਹਾਲਤ ਇਸ ਵੇਲੇ ਇਹ ਹੈ ਜਿਵੇਂ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਚ ਲੈਂਦਾ ਹੈ ਨਾ, ਉਹੀ ਸਿਚੁਏਸ਼ਨ ਸਾਡੇ ਫਾਈਨਾਂਸ ਦੀ ਹੈ। ਸਰਕਾਰਾਂ ਨੂੰ ਸਾਰੀਆਂ ਨੂੰ ਪਤਾ ਹੈ ਕਿ ਪ੍ਰੋਬਲਮ ਬਹੁਤ ਡੀਪ ਰੂਟਡ ਹੈ, ਤੇ ਇਹਦੇ ਵਾਸਤੇ ਇਹਨੂੰ ਇੱਕ ਬੋਰਡਰਲੀ ਫੇਸ ਕਰਨ ਦੀ ਜ਼ਰੂਰਤ ਸਰਕਾਰ ਦੇ ਵਿੱਚ ਹੋਣੀ ਚਾਹੀਦੀ ਹੈ। ਮੈਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਂਦਾ ਹੁੰਦਾ ਕਈ ਵਾਰੀ, ਵਾਰ-ਵਾਰ ਐਗਜ਼ਾਮਪਲ ਦੇਣ ਵਾਸਤੇ। 97 ਚ ਜਦੋਂ, ਜਾਂ ਤੁਸੀਂ ਲੈ ਲਓ ਸਰਦਾਰ ਬਿਆਨ ਸਿੰਘ ਦੀ ਸਰਕਾਰ ਜਦੋਂ ਬਣੀ, ਬੇਸਿਕ ਤਾਂ 5.5 ਸਾਲ ਦਾ ਜਿਹੜਾ ਤੁਹਾਡਾ ਗਵਰਨਰ ਰੂਲ ਹੈ, ਉੱਥੋਂ ਇਹ ਪ੍ਰੋਬਲਮ ਸ਼ੁਰੂ ਹੁੰਦੀ। ਜੇ ਡਾਟਾ ਚੱਕ ਕੇ ਸਟੱਡੀ ਕਰੋ ਤਾਂ ਉੱਥੋਂ ਤੁਹਾਨੂੰ ਲੱਗੇਗਾ ਕਿ ਜਿਹੜੀ ਇਹ ਫਿਸਕਲ ਡੈਫਿਸਿਟ ਹੈ, ਇਹ ਕਿਸ ਵੇਲੇ ਸ਼ੁਰੂ ਹੋਇਆ ਤੇ ਉਹਦੀ ਫਾਈਨਾਂਸਿੰਗ ਕਿਵੇਂ ਹੋਈ। ਜਦੋਂ ਤੁਹਾਡੀ ਸੋਰਸ ਮੋਬਿਲਾਈਜੇਸ਼ਨ ਹੀ ਨਹੀਂ ਹੈ, ਸਰਕਾਰਾਂ ਦੇ ਤਾਂ ਖਰਚੇ ਹੁੰਦੇ ਆ, ਜਾਂ ਸੈਂਟਰ ਤੋਂ ਉਹ ਪੂਰਾ ਮੀਟ ਕੀਤਾ ਜਾਵੇ ਤੇ ਜਾਂ ਸਟੇਟ ਗਵਰਨਮੈਂਟ ਮੋਬਿਲਾਈਜ਼ ਕਰੇ। ਪੰਜਾਬ ਦੇ ਵਿੱਚ ਬਹੁਤ ਪੁਰਾਣੀ ਗੱਲ ਹੋ ਗਈ ਕਿ ਇਹ ਹੁਣ ਰਿਵਾਜ ਹੀ ਨਹੀਂ ਰਿਹਾ ਕਿ ਤੁਸੀਂ ਰੈਗੂਲਰਲੀ ਮੋਬਿਲਾਈਜੇਸ਼ਨ ਕਰਨੀ ਹੈ, ਕੀ ਕਰਨਾ ਨਹੀਂ। ਤੁਸੀਂ 97 ਲੈ ਲਓ, ਮੈਂ ਕਹਿੰਦਾ 92 to 97 ਤਾਂ ਨਾਰਮਲ ਪੀਰੀਅਡ, 97 ਤੱਕ ਨਾਰਮਲ ਨਹੀਂ ਗਿਣਿਆ ਜਾਂਦਾ, 97 ਦੇ ਵਿੱਚ ਨਾਰਮਲ ਗਿਣਿਆ ਜਾਂਦਾ ਹੈ। ਪਹਿਲਾਂ ਸਰਕਾਰ ਸਾਲ ਗੁੱਡ ਮਿਲਦਾ ਹੁੰਦਾ, ਸਰਕਾਰ ਕੋਈ ਵੀ ਹੋਵੇ। ਅਕਾਲੀ ਸਰਕਾਰ ਸੀ, ਮੈਜੋਰਟੀ 'ਚ ਆਈ ਸੀਗੀ, ਇਕਾਨਮੀ ਦੀ ਸਮਝ ਸੀਗੀ, ਲੇਕਿਨ ਫਿਰ ਵੀ ਇੱਕ ਫੈਸਲਾ ਕੀਤਾ ਗਿਆ ਫ੍ਰੀ ਪਾਵਰ ਟੂ ਵਿੰਸ, ਤੇ ਉਹਦਾ ਜਿਹੜਾ ਅਲਟੀਮੇਟ ਨੁਕਸਾਨ ਵਾਟਰ ਲੈਵਲ ਤੇ ਵੀ ਹੋਇਆ, ਉਹ ਸਭ ਦੇ ਸਾਹਮਣੇ ਹੈ। ਬਿਲਕੁਲ ਮੈਂ ਹੱਕ ਦੇ ਵਿੱਚ ਹੈ ਕਿਸਾਨਾਂ ਨੂੰ ਸਬਸਿਡੀ ਦੇਣ ਦੇ। ਉਹ ਸਬਸਿਡੀ ਦੇਣੀ ਕਿਵੇਂ ਹੈ, ਇਹ ਪਲਾਨ ਕਰਨਾ ਚਾਹੀਦਾ ਸੀ, ਨਾ ਕਿ ਉਹ ਇੱਕ ਪੋਲੀਟੀਕਲ ਸਲੋਗਨ ਹੋਵੇ ਕਿ ਅਸੀਂ ਆ ਬਿਜਲੀ ਦੇ ਬਿੱਲ ਮਾਫ ਕਰਦੇ। ਬਿਜਲੀ ਦੇ ਬਿੱਲ ਮਾਫ ਕਰਨੇ ਸਲੋਗਨ ਹੈ, ਸਬਸਿਡੀ ਸਲੋਗਨ ਨਹੀਂ ਹੁੰਦਾ, ਦੋਵਾਂ 'ਚ ਫਰਕ ਹੈ। ਇਹ ਸਿਆਸਤਦਾਨ ਪੋਲੀਟੀਕਲ ਸਲੋਗਨਿੰਗ ਕਰਦੇ ਹੈ ਤੇ ਉਹਦੀ ਇਕਨੋਮੀ 'ਚ ਕਿੰਨੀ ਕਾਸਟ ਹੁੰਦੀ ਹੈ, ਉਹ ਕਹਿੰਦੇ ਵੀ ਚਲੋ ਅਸੀਂ ਤਾਂ ਰਾਜ ਕਰ ਲਿਆ, ਉਸ ਤੋਂ ਬਾਅਦ ਦੇਖੀ ਜਾਏਗੀ। ਓਵਰ ਦੀ ਈਅਰਸ ਇਹ ਸਿਚੁਏਸ਼ਨ ਬਣ ਗਈ। ਕੈਪਟਨ ਕਮਲਜੀਤ ਸਿੰਘ ਫਾਈਨਾਂਸ ਮਿਨਿਸਟਰ ਸੀਗੇ, ਤੇ ਉਹਨਾਂ ਨੂੰ ਸਮਝ ਸੀ ਇਸ ਚੀਜ਼ ਦੀ ਕਿ ਸਾਨੂੰ ਰਿਸੋਰਸਿਸ ਮੋਬਿਲਾਈਜ਼ ਕਰਨੇ ਪੈਣੇ, ਤੇ ਕਦੇ ਮੇਰੇ ਤਾਂ ਹੱਥ ਭੱਜੇ ਹੋਏ। ਇਹ ਪ੍ਰਾਈਵੇਟਲੀ ਸ਼ੇਅਰ ਵੀ ਕਰਿਆ ਕਰਦੇ ਸੀਗੇ, ਤੇ ਜੇ ਤੁਸੀਂ ਰਿਸੋਰਸਿਸ ਮੋਬਿਲਾਈਜ਼ ਕਰਨੇ ਹੀ ਨਹੀਂ, ਤੇ ਉਦੋਂ ਇੱਕ ਟ੍ਰੈਂਡ ਸ਼ੁਰੂ ਹੋ ਗਿਆ, ਉਹ ਬਲੇਮ ਕਰਨ ਲੱਗ ਪਏ ਜੀ ਆ ਸਾਡੇ ਤੇ ਇੰਨਾ ਕਰਜ਼ਾ ਚੜਿਆ ਹੋਇਆ, ਸਪੈਸ਼ਲ ਟਰਮ ਲੋਨ ਵਾਲਾ ਆ ਲੜਾਈ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਹਾਂ, ਕਹਿੰਦੇ ਵੀ ਅਸੀਂ ਲੜਾਈ ਤਾਂ ਸਾਡੀ ਨੈਸ਼ਨਲ ਸੀਗੀ ਤੇ ਸਾਡੀ ਸਟੇਟ ਤੇ ਬੋਝ ਪਿਆ ਹੈ। ਉਹ ਸਪੈਸ਼ਲ ਟਰਮ ਲੋਨ ਤਾਂ ਓਵਰ ਦੀ ਈਅਰ ਸਾਰਾ ਮਾਫ ਕਰਤਾ, ਸਾਰਾ ਰਿਕਾਰਡ ਪਿਆ, ਅਸੈਂਬਲੀ 'ਚ ਪੇਸ਼ ਹੋਇਆ। ਹੁਣ ਤਾਂ ਕੋਈ ਕਈ ਵਾਰੀ ਨੈਰੇਟਿਵ ਬਿਲਡ ਹੋ ਜਾਂਦਾ ਵੀ ਉਹਦੇ ਕਰਕੇ ਸਾਰਾ, ਉਹਦੇ ਕਰਕੇ ਤਾਂ ਵਧਿਆ ਨਹੀਂ। ਵਧਿਆ ਇਸ ਕਰਕੇ ਕਿ ਪੰਜਾਬ ਦੇ ਵਿੱਚ ਤੁਸੀਂ ਰਿਕਾਰਡ ਸਾਰਾ ਚੱਕੋ, ਰਿਸੋਰਸ ਮੋਬਿਲਾਈਜੇਸ਼ਨ ਨਹੀਂ ਹੋਈ। ਉਹ ਛੋਟੇ ਛੋਟੇ ਲੈਵਲ ਤੇ ਆ ਕੇ ਅਡਾਕ ਪਾਲਿਸੀਜ਼ ਬਣਾ ਕੇ ਮੋਬਿਲਾਈਜੇਸ਼ਨ ਕੀਤੀ ਹੈ। ਪੰਜਾਬ ਨੂੰ ਲੋੜ ਇੱਕ ਲੌਂਗ ਟਰਮ ਪਾਲਿਸੀ ਦੀ, ਰਿਸੋਰਸਿਸ ਮੋਬਿਲਾਈਜ਼ ਕਿਵੇਂ ਕਰਨੇ ਹੈ ਤੇ ਖਰਚੇ ਕਿਵੇਂ ਕਰਨੇ। ਅਸੀਂ ਬਲਾਈਂਡਲੀ
ਸਬਸਿਡੀਜ਼ ਤੇ ਫ੍ਰੀਬੀਜ਼ ਅਨਾਉਂਸ ਕਰ ਰਹੇ ਹੈ। ਸੋਸ਼ਲ ਸਿਕਿਉਰਿਟੀ ਹੋਣੀ ਚਾਹੀਦੀ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਸੋਸ਼ਲ ਸਿਕਿਉਰਿਟੀ ਤੇ ਫ੍ਰੀਬੀਜ਼ ਦੋਵੇਂ ਵੱਖਰੀਆਂ ਚੀਜ਼ਾਂ ਹੈ। ਤੁਸੀਂ ਸੋਸ਼ਲ ਸਿਕਿਉਰਿਟੀ ਦਿਓ, ਲੈਟ ਯੂ ਬੀ ਟਰਾਂਸਪੇਰੈਂਟ ਔਨ ਇਕਨੋਮੀ, ਵੀ ਆਹ ਸਾਡੀ ਸਿਚੁਏਸ਼ਨ ਹੈ, ਇੰਨਾ ਖਰਚਾ ਹੈ ਤੇ ਆ ਅਸੀਂ ਦੇ ਸਕਦੇ ਹਾਂ। ਇਹ ਕਹਿਣਾ ਕਿ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਤੇ ਤੁਸੀਂ ਪੂਰੀ ਉਹਦੀ ਜਿਹੜੀ ਇਕਨੋਮੀ ਹੈ ਉਹ ਰਿਲੀਜ਼ ਕਰੋ ਵੀ ਸਾਡੀ ਸਿਚੁਏਸ਼ਨ ਇਹ ਹੈ, ਇੰਨਾ ਕਰਜ਼ਾ ਹੈ ਤੇ ਜਿਹੜੇ ਅਸੀਂ ਖਰਚੇ ਕਰ ਰਹੇ ਹਾਂ ਉਹ ਸਾਡੀ ਰਿਸੋਰਸ ਪਾਪੂਲੇਸ਼ਨ ਇਸ ਸੋਰਸ ਤੋਂ ਹੈ, ਇਸ ਪਾਸੋਂ ਸਾਡੀ ਇਨਕਮ ਆ ਰਹੀ ਹੈ। ਉਹ ਨਹੀਂ ਹੈ। ਹਰਿਆਣੇ ਦੇ ਵਿੱਚ ਟੈਕਸੇਸ਼ਨ ਹੈ ਬਹੁਤ, ਕਿਉਂਕਿ ਗੁੜਗਾਉਂ ਦੇ ਵਿੱਚ ਉਹ ਇੰਡਸਟਰੀਅਲ ਹੱਬ ਹੈ ਐਕਟੀਵਿਟੀ ਦੀ, ਉੱਥੇ ਰਿਟਰਨ ਬਹੁਤ ਹੈਗੀ ਹੈ। ਪੰਜਾਬ ਦੇ ਵਿੱਚ ਨਹੀਂ ਹੈ ਕੋਈ ਵੀ। ਪੰਜਾਬ ਦੇ ਵਿੱਚ ਇਨਵੈਸਟਮੈਂਟ ਹੋ ਹੀ ਨਹੀਂ ਸਕਦੀ। ਜਿਹੜੇ ਅਸੀਂ ਰੌਲਾ ਪਾਉਂਦੇ ਰਹਿੰਦੇ ਕਿ ਅਸੀਂ ਇੰਡਸਟਰੀ ਲੈ ਕੇ ਆਵਾਂਗੇ ਜੀ, ਇਨਵੈਸਟਮੈਂਟ ਲੈ ਕੇ ਆਵਾਂਗੇ ਜੀ, ਕਿੰਨੇ ਸਾਲ ਸੁਣਦੇ ਹੋ ਗਏ। NRI ਕਾਨਫਰੰਸਾਂ ਵੀ ਹੋਈਆਂ, ਇੰਨੀਆਂ ਇਨਵੈਸਟਮੈਂਟ ਸਮਿਟਸ ਵੀ ਹੋਈਆਂ, ਐਂਡ ਰਿਜ਼ਲਟ ਕੀ ਹੈ? MOU ਸਾਈਨ ਹੁੰਦੇ ਆ, ਵੱਡੀਆਂ ਖਬਰਾਂ ਛਪਦੇ, ਹਜ਼ਾਰਾਂ ਕਰੋੜ ਦੇ MOU ਸਾਈਨ ਹੋ ਗਏ। ਇੰਡਸਟਰੀ ਇਨਵੈਸਟਮੈਂਟ ਕੈਪੀਟਲ ਉੱਥੇ ਜਾਂਦੇ ਜਿੱਥੇ ਉਹਨੂੰ ਪ੍ਰੋਫਿਟ ਮੈਕਸਿਮਮ ਹੋਵੇ। ਇਹ ਨੈਚੁਰਲ ਫਲੋ ਹੈ। ਇਹ ਤੁਹਾਡੇ ਕਹਿਣ ਤੇ ਕਿਸੇ ਨੇ ਇੱਥੇ ਇਨਵੈਸਟ ਨਹੀਂ ਕਰਨਾ। ਕੈਪੀਟਲਿਸਟ ਨੇ ਆਪਣਾ ਪ੍ਰੋਫਿਟ ਦੇਖਣਾ, ਜਿੱਥੇ ਉਹਦਾ ਪ੍ਰੋਫਿਟ ਹਾਈਐਸਟ ਹੈ ਉਹ ਇਨਵੈਸਟਮੈਂਟ ਉੱਥੇ ਹੋਏਗੀ। ਪੰਜਾਬ ਇਹਨਾਂ ਗੱਲਾਂ ਤੇ ਅਨਫਿਟ ਹੈ, ਕਿਉਂਕਿ ਇੱਥੇ ਜ਼ਮੀਨ ਦੀ ਕਾਸਟ ਹੀ ਸਭ ਤੋਂ ਜ਼ਿਆਦਾ ਹੈ ਹਿੰਦੁਸਤਾਨ ਦੇ ਵਿੱਚ ਇਸ ਵੇਲੇ। ਤਾਂ ਚਲੋ ਇਹ ਗੱਲਾਂ ਵੱਖਰੀਆਂ, ਲੇਕਿਨ ਜਿਹੜੀ ਟਰਾਂਸਪੇਰੈਂਸੀ ਹੈ ਇਹ ਬਹੁਤ ਜ਼ਰੂਰੀ ਹੈ ਇਕਨੋਮੀ ਵਾਸਤੇ। ਐਵੇਂ ਨਾਅਰੇਬਾਜ਼ੀ ਕਰਨੀ ਕਿ ਸਾਡੇ ਜੀ ਖਜ਼ਾਨੇ ਖਾਲੀ ਨਹੀਂ ਹੁੰਦੇ, ਇਹ ਮੇਰੇ ਖਿਆਲ ਦੇ ਵਿੱਚ ਕੋਈ ਬਹੁਤੀ ਗੱਲ ਠੀਕ ਨਹੀਂ। ਬਿਲਕੁਲ, ਖੈਰ ਵੱਡੇ ਮਾਮਲੇ ਨੇ। ਐਕਚੁਅਲੀ ਤਾਂ ਚਰਚਾ 'ਚ ਇਹੋ ਜਿਹੇ ਮਾਮਲੇ ਹੀ ਆਉਣੇ ਚਾਹੀਦੇ ਨੇ। ਸਾਡੀ ਇਕਨੋਮੀ ਦਾ ਕੀ ਹਾਲ ਹੈ, ਸਾਡੇ ਰੁਜ਼ਗਾਰ ਦਾ ਕੀ ਹਾਲ ਹੈ, ਸਾਡੇ ਪਾਣੀ ਦਾ ਕੀ ਹਾਲ ਹੈ, ਕਿਉਂਕਿ ਕਿਤੇ ਵੀ ਪਾਲਿਸੀ ਨਹੀਂ। ਸਾਡੇ ਕੋਲ ਅਜੇ ਤੱਕ ਐਗਰੀਕਲਚਰ ਪਾਲਿਸੀ ਨਹੀਂ, ਐਗਰੀਕਲਚਰ ਬੇਸਡ ਸਟੇਟ ਆ। ਸਾਡੇ ਕੋਲ ਵਾਟਰ ਪਾਲਿਸੀ ਦੀ 2008 ਦਾ ਖਰੜਾ ਪਿਆ ਹੋਇਆ, ਕਦੇ ਅਸੈਂਬਲੀ ਚਰਚਾ ਕਰਕੇ। ਸਾਡੇ ਕੋਲ ਪਾਲਿਸੀ ਹੈ ਕਾਹਦੀ ਹੈ? ਮੇਰਾ ਖਿਆਲ ਹੈ ਬਿਨਾਂ ਪਾਲਿਸੀ ਤੋਂ ਹੀ ਸਿਸਟਮ ਚੱਲ ਜਾਂਦਾ, 5 ਸਾਲ ਨਿਕਲ ਜਾਂਦੇ ਨੇ, ਇੱਕ ਡਰਾਫਟ ਬਣਦਾ, ਮੁੜ ਕੇ ਨਵੀਂ ਸਰਕਾਰ ਨਵੇਂ ਸਿਰੋਂ ਡਰਾਫਟ ਬਣਾਉਣਾ ਸ਼ੁਰੂ ਕਰਦੀ ਹੈ। ਇਹ ਲੋਕਾਂ ਦੇ ਨਾਲ ਨਾਰਮਲੀ ਹੋ ਰਿਹਾ ਹੈ, ਡਿਫਰੈਂਟ ਟਾਈਪ ਦੀਆਂ ਸਰਕਾਰਾਂ 'ਚ ਸਾਡੇ ਸਾਹਮਣੇ ਹੈ। ਪਰ ਕਿਉਂਕਿ ਅੱਜ ਸਮਾਂ ਕਾਫੀ ਹੋ ਗਿਆ, ਕੱਲੇ ਮੁੱਦੇ ਤੇ ਗੱਲ ਕਰਾਂਗੇ ਫਿਰ ਜਿਹੜੇ ਵੀ ਪੰਜਾਬ ਦੇ ਲੋਕਾਂ ਦੇ ਸਰੋਕਾਰਾਂ ਨਾਲ ਜੁੜੇ ਹੋਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਬਹੁਤ ਸ਼ੁਕਰੀਆ ਸਰ। ਥੈਂਕ ਯੂ।